जय वाल्मीकि जय वाल्मीकि जय वाल्मीकि जय वाल्मीकि। जो बड़े सोन पर भगवान वाल्मीकि महाराज की जय। महाराज के चरण कमल धर्मास श्रेष्ठ गुरु तुम जगत के तीन लोक के नाथ वाल्मीकि जय जय भगवान वाल्मीकि जय जय सकल सृष्टि के मालिक सकल
वाल्मीकि महाराज की जय। जो बोले सो निरभੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਗੁਰੂ ਰੂਪ ਸਾਧ ਸੰਗਤ ਜੀ, ਇੱਕ ਵਾਰ ਫੇਰ ਅਸੀਂ ਭਗਵਾਨ ਵਾਲਮੀਕ ਜੀ ਦੀ ਬਾਣੀ ਸ਼੍ਰੀ ਯੋਗ ਵਸ਼ਿਸ਼ਟ ਮਹਾ ਰਾਮਾਇਣ ਦਾ ਜੋ ਉਪਦੇਸ਼ ਹੈ, ਜੋ ਉਸ ਦਾ ਵਿਚਾਰ ਹੈ, ਭਗਵਾਨ ਵਾਲਮੀਕ ਮੰਦਿਰ ਬੈਡਫੋਰਡ ਤੋਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਆਪ ਦੇ ਅੱਗੇ ਪ੍ਰਸਤੁਤ ਹੋ ਕੇ ਪੇਸ਼ ਕਰਾਂਗੇ। ਗੁਰੂ ਪਿਆਰੇ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਆਪਾਂ ਸਾਰੇ ਮਿਲ ਕੇ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰੀਏ। ਸਚਿਤ ਆਨੰਦ ਰੂਪ ਆਤਮਾ ਨੂੰ ਜਿਸ ਵਿੱਚ ਇਹ ਸਭ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ, ਤੇ ਜਿਸ ਤੋਂ ਗਿਆਤਾ ਗਿਆਨ ਤੇ ਗਿਆਮ ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ਯ ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ, ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ, ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ ਪ੍ਰਸੰਗ ਵਿੱਚ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਨੇ ਸਾਨੂੰ ਆਪਣੇ ਇਸ ਬਾਣੀ ਵਿੱਚ ਉਪਦੇਸ਼ ਕੀਤਾ ਸੀ ਕਿ ਜਿਹੜਾ ਪੁਰਸ਼ ਇਸ ਮੋਕਸ਼ ਪਾਵ ਸ਼ਾਸਤਰ ਨੂੰ ਸ਼ਰਧਾਪੂਰਵਕ ਪੜ੍ਹਦਾ ਜਾਂ ਸੁਣਦਾ ਹੈ, ਇਹ ਉਸੇ ਦਿਨ ਤੋਂ ਮੋਕਸ਼ ਦਾ ਭਾਗੀ ਹੋ ਜਾਵੇਗਾ। ਔਰ ਉਸ ਦੇ ਨਾਲ ਉਹਨਾਂ ਨੇ ਇਹ ਵੀ ਸਾਨੂੰ ਸਮਝਾਇਆ ਸੀ ਕਿ ਮੋਖ ਦੁਆਰ ਦੇ 4 ਦੁਆਰਪਾਲ ਹਨ। ਉਹ ਜੋ 4 ਦੁਆਰਪਾਲ ਹਨ, ਉਹਨਾਂ ਨੂੰ ਆਪਣੇ ਵਸ ਕਰਨਾ ਪੈਂਦਾ ਹੈ। ਉਹਨਾਂ ਨੂੰ ਵਸ ਕਰਕੇ ਮੋਕਸ਼ ਦੁਆਰ ਦੇ ਅੰਦਰ ਅਸੀਂ ਪ੍ਰਵੇਸ਼ ਕਰ ਸਕਦੇ ਹਾਂ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਜੋ ਗੁਣ ਹਨ ਜੋ ਅਸੀਂ ਪ੍ਰਾਪਤ ਕਰਨੇ ਹਨ ਮੋਕਸ਼ ਦੁਆਰ ਦੇ ਵਿੱਚ ਪ੍ਰਵੇਸ਼ ਕਰਨ ਲਈ, ਉਸ ਦੇ ਬਾਰੇ ਦੱਸਦੇ ਹਨ ਕਿ ਸ਼ਮ ਹੀ ਪਰਮ ਆਨੰਦ ਪਰਮ ਪਦ ਤੇ ਸ਼ਿਵ ਪਦ ਹੈ। ਜਿਸ ਪੁਰਸ਼ ਨੇ ਸ਼ਾਂਤੀ ਪ੍ਰਾਪਤ ਕਰ ਲਈ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਹੈ। ਕਿ ਸ਼ਮ ਹੀ ਉਹ ਗੁਣ ਹੈ ਜਿਸ ਦੇ ਨਾਲ ਅਸੀਂ ਉਹ ਪਰਮ ਆਨੰਦ ਹੈ, ਉਸ ਦੀ ਜਦੋਂ ਪ੍ਰਾਪਤੀ ਕਰ ਲੈਂਦੇ ਹਾਂ, ਅਸੀਂ ਹਮੇਸ਼ਾ ਹਮੇਸ਼ਾ ਲਈ ਆਨੰਦਿਤ ਹੋ ਜਾਂਦੇ ਹਾਂ। ਤੇ ਸ਼ਮ ਹੀ ਉਹ ਪ੍ਰਮਾਤਮਾ ਦਾ ਪਦ ਹੈ। ਔਰ ਜਿਸ ਪੁਰਸ਼ ਨੇ ਸ਼ਾਂਤੀ ਦੀ ਪ੍ਰਾਪਤੀ ਕਰ ਲਈ ਹੈ, ਉਹ ਸਮਝੋ ਕਿ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਉਸ ਦੇ ਵੈਰੀ ਵੀ ਮਿੱਤਰ ਹੋ ਜਾਂਦੇ ਹਨ। ਜਿਵੇਂ ਚੰਦਰਮਾ ਉਦੇ ਹੁੰਦਾ ਹੈ, ਤਦੋਂ ਅੰਮ੍ਰਿਤ ਦੀਆਂ ਕਿਰਨਾਂ ਫੁੱਟਦੀਆਂ ਹਨ ਤੇ ਸ਼ੀਤਲਤਾ ਹੁੰਦੀ ਹੈ, ਤਿਵੇਂ ਜਿਸ ਦੇ ਹਿਰਦੇ ਵਿੱਚ ਸ਼ਾਂਤੀ ਰੂਪੀ ਚੰਦਰਮਾ ਉਦੇ ਹੁੰਦਾ ਹੈ, ਉਸ ਦੇ ਸਾਰੇ ਤਾਪ ਮਿਟ ਜਾਂਦੇ ਹਨ ਤੇ ਉਹ ਪਰਮ ਸ਼ਾਂਤੀਵਾਨ ਹੋ ਜਾਂਦਾ ਹੈ। ਭਗਵਾਨ ਵਾਲਮੀਕ ਜੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਉਹ ਇਨਸਾਨ ਜਿਹਦੇ 'ਚ ਇਹ ਗੁਣ ਆ ਜਾਂਦਾ ਹੈ, ਸਮ ਆ ਜਾਂਦਾ ਹੈ, ਸਮਤਾ ਭਾਵ ਆ ਜਾਂਦੀ ਹੈ, ਉਹਦੇ ਵੈਰੀ ਵੀ ਜਿਹੜੇ ਹੁੰਦੇ ਹਨ, ਉਹਦੇ ਦੁਸ਼ਮਣ ਵੀ ਜਿਹੜੇ ਹੁੰਦੇ ਹਨ, ਉਹਦੇ ਦੋਸਤ ਮਿੱਤਰ ਬਣ ਜਾਂਦੇ ਹਨ। ਉਦਾਹਰਣ ਦੇ ਕੇ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਚੰਦਰਮਾ ਜਦੋਂ ਚੜ੍ਹਦਾ ਹੈ ਤਾਂ ਅੰਮ੍ਰਿਤ ਰੂਪੀ ਕਿਰਨਾਂ ਉਦੋਂ ਫੁੱਟਦੀਆਂ ਹਨ ਤੇ ਸਾਰੇ ਪਾਸੇ ਸ਼ੀਤਲਤਾ ਹੀ ਸ਼ੀਤਲਤਾ ਹੁੰਦੀ ਹੈ। ਬਿਲਕੁਲ ਉਸੇ ਹੀ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿੱਚ ਸ਼ਾਂਤੀ ਰੂਪੀ ਚੰਦਰਮਾ ਉਦੇ ਹੁੰਦਾ ਹੈ, ਉਹਦੇ ਸਾਰੇ ਤਾਪ ਮਿਟ ਜਾਂਦੇ ਹਨ ਤੇ ਉਹ ਪਰਮ ਸ਼ਾਂਤੀਵਾਨ ਹੋ ਜਾਂਦਾ ਹੈ। ਭਾਵ ਕਿ ਉਹਨੂੰ ਉਹ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਕਿ ਜਿਹੜੀ ਹਮੇਸ਼ਾ ਉਹਦੇ ਨਾਲ ਰਹਿਣ ਵਾਲੀ ਹੈ। ਸ਼ਾਂਤੀ ਦੇਵਤਾ ਦੇ ਅੰਮ੍ਰਿਤ ਸਮਾਨ ਕੋਈ ਅੰਮ੍ਰਿਤ ਨਹੀਂ, ਤੇ ਸ਼ਾਂਤੀ ਤੋਂ ਉਸ ਜੀਵ ਨੂੰ ਪਰਮ ਸ਼ੋਭਾ ਪ੍ਰਾਪਤ ਹੁੰਦੀ ਹੈ। ਸ਼ਾਂਤੀ ਦੇਵਤਾ ਭਗਵਾਨ ਜੀ ਸਮਝਾਉਂਦੇ ਹਨ ਕਿ ਅੰਮ੍ਰਿਤ ਦੇ ਸਮਾਨ ਹੈ, ਔਰ ਕੋਈ ਅੰਮ੍ਰਿਤ ਨਹੀਂ ਜੋ ਸ਼ਾਂਤੀ ਤੋਂ ਇਸ ਜੀਵ ਨੂੰ ਪਰਮ ਸ਼ੋਭਾ ਪ੍ਰਾਪਤ ਹੁੰਦੀ। ਜਦੋਂ ਇਨਸਾਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਸਮ ਆ ਜਾਂਦਾ ਹੈ, ਤੇ ਉਹ ਸ਼ਾਂਤਵਾਨ ਹੋ ਜਾਂਦਾ ਹੈ ਤੇ ਉਸ ਨੂੰ ਸ਼ੋਭਾ ਪ੍ਰਾਪਤ ਹੁੰਦੀ ਹੈ। ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਦੀ ਚਮਕ ਪਰਮ ਉਜਵਲ ਹੁੰਦੀ ਹੈ, ਤਿਵੇਂ ਸ਼ਾਂਤੀ ਨੂੰ ਪ੍ਰਾਪਤ ਕਰਕੇ
ਇਸ ਜੀਵ ਦੀ ਚਮਕ ਉਜਵਲ ਹੁੰਦੀ ਹੈ ਕਿ ਦੇਖੋ ਜਦੋਂ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਦਾ ਹੈ ਤੇ ਉਹਦੀ ਜਿਹੜੀ ਚਮਕ ਹੁੰਦੀ ਹੈ ਉਹ ਬੜੀ ਸਾਫ਼ ਸੁਥਰੀ ਬੜੀ ਉਜਵਲ ਹੁੰਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਿਸ ਜੀਵ ਨੇ ਸ਼ਾਂਤੀ ਨੂੰ ਪ੍ਰਾਪਤ ਕਰ ਲਿਆ ਹੈ ਉਸ ਜੀਵ ਦੀ ਚਮਕ ਵੀ ਉਹਦਾ ਚਿਹਰਾ ਵੀ ਉਹਦੀ ਚਿਹਰੇ ਦੀ ਚਮਕ ਬੜੀ ਉਜਵਲ ਹੋ ਜਾਂਦੀ ਹੈ। ਜਿਵੇਂ ਵਿਸ਼ਨੂੰ ਦੇ ਦੋ ਹਿਰਦੇ ਹਨ, ਇੱਕ ਆਪਣੇ ਸਰੀਰ ਵਿੱਚ ਤੇ ਦੂਸਰਾ ਸੰਤ ਜਨਾਂ ਵਿੱਚ, ਤਿਵੇਂ ਇਸ ਜੀਵ ਦੇ ਵੀ ਦੋ ਹਿਰਦੇ ਹਨ, ਇੱਕ ਆਪਣੇ ਸਰੀਰ ਵਿੱਚ ਤੇ ਦੂਸਰਾ ਸ਼ਾਂਤੀ ਵਿੱਚ। ਫਿਰ ਭਗਵਾਨ ਵਾਮਨ ਜੀ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਦੇਖੋ ਵਿਸ਼ਨੂੰ ਜੀ ਹਨ, ਉਹਨਾਂ ਦੇ ਦੋ ਹਿਰਦੇ ਹਨ, ਇੱਕ ਉਹਨਾਂ ਦੇ ਆਪਣੇ ਸਰੀਰ ਦੇ ਵਿੱਚ ਉਹਨਾਂ ਦਾ ਹਿਰਦਾ ਹੈ ਤੇ ਦੂਸਰਾ ਉਹਨਾਂ ਦਾ ਹਿਰਦਾ ਸੰਤ ਜਨਾਂ ਦੇ ਵਿੱਚ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੀਵਾਂ ਦੇ ਵੀ ਦੋ ਹਿਰਦੇ ਹਨ, ਇੱਕ ਆਪਣੇ ਸਰੀਰ ਵਿੱਚ ਹੈ ਉਹਨਾਂ ਦਾ ਹਿਰਦਾ ਤੇ ਦੂਸਰਾ ਸ਼ਾਂਤੀ ਵਿੱਚ ਹੈ। ਜੈਸਾ ਆਨੰਦ ਸ਼ਾਂਤਵਾਨ ਨੂੰ ਹੁੰਦਾ ਹੈ ਇਹੋ ਜਿਹਾ ਅੰਮ੍ਰਿਤ ਪੀਣ ਨਾਲ ਵੀ ਨਹੀਂ ਹੁੰਦਾ ਕਿ ਜਿਸ ਜੀਵ ਨੇ ਸ਼ਾਂਤੀ ਪਾ ਲਈ ਹੈ ਉਸ ਨੂੰ ਇਹੋ ਜਿਹਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਕਿ ਜੇ ਤੁਸੀਂ ਅੰਮ੍ਰਿਤ ਵੀ ਪੀ ਲਓ ਤਾਂ ਉਹ ਜਿਹਾ ਆਨੰਦ ਤੁਹਾਨੂੰ ਨਹੀਂ ਪ੍ਰਾਪਤ ਹੋਵੇਗਾ। ਕੋਈ ਜਿੰਦ ਜਾਨ ਤੋਂ ਪਿਆਰਾ ਅਲੋਪ ਹੋ ਕੇ ਮੁੜ ਮਿਲ ਪਵੇ ਤਾਂ ਕਿੰਨਾ ਆਨੰਦ ਹੁੰਦਾ ਹੈ। ਉਸ ਆਨੰਦ ਤੋਂ ਵੀ ਵਧੇਰੇ ਸ਼ਾਂਤਵਾਨ ਨੂੰ ਆਨੰਦ ਹੁੰਦਾ ਹੈ ਤੇ ਉਸ ਦੇ ਦਰਸ਼ਨ ਕਰਨ ਵਾਲੇ ਨੂੰ ਵੀ ਆਨੰਦ ਪ੍ਰਾਪਤ ਹੁੰਦਾ ਹੈ ਕਿ ਦੇਖੋ ਕੋਈ ਸਾਡਾ ਬਹੁਤ ਹੀ ਜਿੰਦ ਜਾਨ ਤੋਂ ਵੀ ਪਿਆਰਾ ਕਿਤੇ ਕੋਈ ਗੁੰਮ ਹੋ ਜਾਂਦਾ ਹੈ ਤੇ ਫਿਰ ਸਾਨੂੰ ਮੁੜ ਕੇ ਮਿਲ ਜਾਵੇ ਤੇ ਬੜਾ ਸਾਨੂੰ ਆਨੰਦ ਹੁੰਦਾ ਹੈ। ਪਰ ਉਹ ਜਿਹੜਾ ਆਨੰਦ ਹੈ ਉਸ ਤੋਂ ਵੀ ਵਧੇਰੇ ਸ਼ਾਂਤੀਵਾਨ ਨੂੰ ਆਨੰਦ ਹੁੰਦਾ ਹੈ। ਉਹਦੇ 'ਚ ਇਹੋ ਜਿਹਾ ਆਨੰਦ ਆ ਜਾਂਦਾ ਹੈ ਕਿ ਜਿਹੜੇ ਸਾਰੇ ਇਹ ਸੰਸਾਰੀ ਆਨੰਦ ਹਨ ਉਹਨਾਂ ਤੋਂ ਉੱਪਰ ਦੀ ਹੈ ਤੇ ਉਸ ਦੇ ਜੇ ਦਰਸ਼ਨ ਵੀ ਕਰਨ ਵਾਲੇ ਹੁੰਦੇ ਹਨ ਉਹਨਾਂ ਨੂੰ ਵੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਐਸਾ ਆਨੰਦ ਰਾਜਾ ਮੰਤਰੀ ਤੇ ਸੁੰਦਰ ਇਸਤਰੀ ਨੂੰ ਵੀ ਨਹੀਂ ਹੁੰਦਾ। ਔਰ ਦੇਖੋ ਭਗਵਾਨ ਵਾਮਨ ਜੀ ਸਮਝਾਉਂਦੇ ਹਨ ਕਿ ਦੇਖੋ ਰਾਜਾ ਹੁੰਦਾ ਹੈ ਉਹਦੇ ਕੋਲ ਸਭ ਕੁਛ ਹੁੰਦਾ ਹੈ, ਮੰਤਰੀ ਹੁੰਦਾ ਹੈ ਉਹਦੇ ਕੋਲ ਵੀ ਸਭ ਕੁਛ, ਸੁੰਦਰ ਇਸਤਰੀ ਹੁੰਦੀ ਹੈ, ਉਹਨਾਂ ਕੋਲ ਹਰ ਇੱਕ ਚੀਜ਼ ਹੁੰਦੀ ਹੈ, ਪਰ ਜਿਹੜਾ ਆਨੰਦ ਸ਼ਾਂਤਵਾਨ ਨੂੰ ਹੁੰਦਾ ਹੈ ਉਹ ਉਹਨਾਂ ਕੋਲ ਵੀ ਉਹੋ ਜਿਹਾ ਆਨੰਦ ਨਹੀਂ ਹੈ। ਜਿਸ ਪੁਰਸ਼ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ ਉਹ ਬੰਦਨਾ ਕਰਨ ਯੋਗ ਤੇ ਪੂਜਣ ਯੋਗ ਹੈ। ਦੇਖੋ ਇੰਨੀ ਉੱਚੀ ਪਦਵੀ ਭਗਵਾਨ ਵਾਮਨ ਜੀ ਉਸ ਜੀਵ ਨੂੰ ਦਿੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਾਂਤੀ ਆ ਗਈ ਹੈ। ਉਹਨਾਂ ਨੂੰ ਭਗਵਾਨ ਵਾਮਨ ਜੀ ਦੱਸਦੇ ਹਨ ਕਿ ਉਹ ਬੰਦਨਾ ਕਰਨ ਯੋਗ ਤੇ ਪੂਜਣ ਯੋਗ ਇਨਸਾਨ ਹਨ। ਜਿਸ ਪੁਰਸ਼ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ ਉਸ ਨੂੰ ਬੇਚੈਨੀ ਨਹੀਂ ਆਉਂਦੀ ਤੇ ਹੋਰ ਲੋਕਾਂ ਤੋਂ ਵੀ ਬੇਚੈਨੀ ਨਹੀਂ ਪਾਉਂਦਾ ਕਿ ਇਹੋ ਜਿਹੇ ਸ਼ਾਂਤਵਾਨ ਜਿਹੜੇ ਜੀਵ ਹੁੰਦੇ ਹਨ ਉਹ ਕਦੀ ਵੀ ਬੇਚੈਨ ਨਹੀਂ ਹੁੰਦੇ, ਹਮੇਸ਼ਾ ਸਮਤਾ ਭਾਵ ਦੇ ਵਿੱਚ ਰਹਿੰਦੇ ਹਨ ਤੇ ਨਾ ਹੀ ਉਹਨਾਂ ਨੂੰ ਦੂਸਰੇ ਲੋਕਾਂ ਤੋਂ ਕੋਈ ਬੇਚੈਨੀ ਹੁੰਦੀ ਹੈ। ਉਸ ਦੀ ਕਿਰਿਆ ਤੇ ਬਚਨ ਅੰਮ੍ਰਿਤ ਦੇ ਨਿਆਏ ਮਿੱਠੇ ਤੇ ਚੰਦਰਮਾ ਦੀ ਕਿਰਨਾਂ ਦੇ ਸਮਾਨ ਸ਼ੀਤਲ ਹੁੰਦੇ ਹਨ ਕਿ ਇੱਕ ਸ਼ਾਂਤਵਾਨ ਜੀਵ ਦੇ ਜੋ ਬਚਨ ਹੁੰਦੇ ਹਨ ਔਰ ਉਹਦੇ ਜਿਹੜੇ ਕੰਮ ਕਾਜ ਹੁੰਦੇ ਹਨ ਉਹ ਅੰਮ੍ਰਿਤ ਦੀ ਨਿਆਈ ਮਿੱਠੇ ਤੇ ਚੰਦਰਮਾ ਦੀ ਕਿਰਨਾਂ ਦੇ ਸਮਾਨ ਸ਼ੀਤਲ ਹੁੰਦੇ ਹਨ। ਜਿਵੇਂ ਬਾਲਕ ਮਾਤਾ ਨੂੰ ਮਿਲ ਕੇ ਆਨੰਦਿਤ ਹੁੰਦਾ ਹੈ ਤਿਵੇਂ ਜਿਸ ਨੂੰ ਸ਼ਾਂਤੀ ਦੀ ਪ੍ਰਾਪਤ ਹੋਈ ਹੈ ਉਸ ਦਾ ਸੰਗ ਕਰਨ ਵਾਲਾ ਮਨੁੱਖ ਵਧੇਰੇ ਆਨੰਦਵਾਨ ਹੁੰਦਾ ਹੈ। ਭਗਵਾਨ ਵਾਮਨ ਜੀ ਸਮਝਾਉਂਦੇ ਹਨ ਕਿ ਦੇਖੋ ਇੱਕ ਬੱਚਾ ਜਦੋਂ ਆਪਣੀ ਮਾਤਾ ਨੂੰ ਮਿਲਦਾ ਹੈ ਤੇ ਉਹ ਬੜਾ ਆਨੰਦਿਤ ਹੁੰਦਾ ਹੈ ਆਪਣੀ ਮਾਤਾ ਨੂੰ ਦੇਖ ਕੇ। ਬਿਲਕੁਲ ਇਸੇ ਹੀ ਤਰ੍ਹਾਂ ਜਿਸ ਜੀਵ ਨੇ ਇਹ ਅੱਛਾ ਗੁਣ ਪ੍ਰਾਪਤ ਕਰ ਲਿਆ, ਸ਼ਾਂਤੀ ਪ੍ਰਾਪਤ ਕਰ ਲਈ ਹੈ, ਜਿਹੜਾ ਉਸ ਦੇ ਨਾਲ ਸੰਗ ਕਰਦਾ ਹੈ ਉਹ ਮਨੁੱਖ ਵੀ ਬਹੁਤ ਵੱਧ ਕੇ ਆਨੰਦਵਾਨ ਹੋ ਜਾਂਦਾ ਹੈ। ਜਿਵੇਂ ਕਿਸੇ ਦਾ ਸੰਬੰਧੀ ਮੋਇਆ ਹੋਇਆ
ਫਿਰ ਜਿਉਂਦਾ ਹੋ ਜਾਵੇ ਤੇ ਉਸ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਉਸ ਤੋਂ ਵੀ ਵਧੇਰੇ ਆਨੰਦ ਸ਼ਾਂਤੀ ਸੰਪੰਨ ਪੁਰਸ਼ ਨੂੰ ਹੁੰਦਾ ਹੈ। ਭਗਵਾਨ ਬਾਬਾ ਜੀ ਸਮਝਾਉਂਦੇ ਹਨ ਕਿ ਦੇਖੋ, ਜੇ ਕਿਸੇ ਦਾ ਕੋਈ ਸੰਬੰਧੀ, ਕੋਈ ਰਿਸ਼ਤੇਦਾਰ ਮਰ ਜਾਵੇ ਤੇ ਫਿਰ ਉਹ ਜਿਉਂਦਾ ਹੋ ਜਾਵੇ ਤੇ ਉਸ ਰਿਸ਼ਤੇਦਾਰ ਨੂੰ ਬੜਾ ਆਨੰਦ ਪ੍ਰਾਪਤ ਹੁੰਦਾ ਹੈ, ਪਰ ਉਸ ਤੋਂ ਵੱਧ ਕੇ ਵੀ ਆਨੰਦ ਤੇ ਸ਼ਾਂਤੀ ਉਸ ਪੁਰਸ਼ ਨੂੰ ਹੁੰਦੀ ਹੈ ਜਿਸ ਦੇ ਵਿੱਚ ਇਹ ਸਮਤਾ ਭਾਵ, ਇਹ ਸਮ ਸ਼ਾਂਤੀ ਆ ਗਈ ਹੈ। ਅਜਿਹਾ ਆਨੰਦ ਚੱਕਰਵਰਤੀ ਤੇ ਤਿੰਨਾਂ ਲੋਕਾਂ ਦਾ ਰਾਜ ਪ੍ਰਾਪਤ ਹੋਣ ਤੋਂ ਵੀ ਨਹੀਂ ਹੁੰਦਾ, ਜਿੰਨਾ ਕਿ ਸ਼ਾਂਤੀ ਪ੍ਰਾਪਤ ਹੋਣ ਤੋਂ ਹੁੰਦਾ ਹੈ। ਕਿ ਦੇਖੋ, ਇਹੋ ਜਿਹਾ ਆਨੰਦ ਚੱਕਰਵਰਤੀ, ਵੱਡੇ ਤੋਂ ਵੱਡੇ ਜਿਹੜੇ ਰਾਜੇ ਹੁੰਦੇ ਹਨ, ਤਿੰਨਾਂ ਲੋਕਾਂ ਦਾ ਰਾਜ ਜਿਨ੍ਹਾਂ ਨੂੰ ਮਿਲ ਜਾਂਦਾ ਹੈ, ਉਹਨਾਂ ਨੂੰ ਵੀ ਨਹੀਂ ਇਹੋ ਜਿਹਾ ਆਨੰਦ ਮਿਲਦਾ ਜਿਹਾ ਕਿ ਸ਼ਾਂਤੀ ਪ੍ਰਾਪਤ ਹੋਣ ਦੇ ਨਾਲ ਹੁੰਦਾ ਹੈ। ਜਿਸ ਪੁਰਸ਼ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ, ਉਸ ਦੇ ਵੈਰੀ ਵੀ ਮਿੱਤਰ ਹੋ ਜਾਂਦੇ ਹਨ। ਉਸ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਕਿ ਦੇਖੋ, ਉਹ ਜੀਵ ਜਿਨ੍ਹਾਂ ਨੇ ਸ਼ਾਂਤੀ ਪ੍ਰਾਪਤ ਕਰ ਲਈ ਹੈ, ਉਹਨਾਂ ਦੇ ਜਿਹੜੇ ਦੁਸ਼ਮਣ ਹਨ, ਉਹ ਵੀ ਉਹਨਾਂ ਦੇ ਮਿੱਤਰ ਬਣ ਜਾਂਦੇ ਹਨ ਤੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਸੱਪ ਤੇ ਸ਼ੇਰ ਦਾ ਵੀ ਭੈ ਉਸ ਨੂੰ ਨਹੀਂ ਵਿਆਪਦਾ। ਉਹ ਸਦਾ ਨਿਰਭੈ ਤੇ ਸ਼ਾਂਤ ਰੂਪ ਹੁੰਦਾ ਹੈ। ਇਹੋ ਜਿਹੇ ਸ਼ਾਂਤੀਵਾਨ ਜੀਵ ਨੂੰ ਸੱਪ ਤੇ ਸ਼ੇਰ ਦਾ ਵੀ ਭੈ ਹੁੰਦਾ ਹੈ, ਜਿਹੜਾ ਉਹ ਵੀ ਉਤੋਂ ਉੱਡ ਜਾਂਦਾ ਹੈ ਤੇ ਉਹ ਸਦਾ ਨਿਰਭੈ ਤੇ ਸ਼ਾਂਤ ਰੂਪ ਹੋ ਕੇ ਵਿਚਰਦਾ ਹੈ। ਜੋ ਕੋਈ ਕਸ਼ਟ ਵੀ ਆ ਵਿਆਪੇ ਤੇ ਕਾਲ ਦੀ ਅਗਨੀ ਵੀ ਆ ਲੱਗੇ, ਤਾਂ ਵੀ ਸ਼ਾਂਤੀਵਾਨ ਪੁਰਸ਼ ਨਹੀਂ ਡੋਲਦਾ, ਉਹ ਸਦਾ ਸ਼ਾਂਤ ਰੂਪ ਰਹਿੰਦਾ ਹੈ। ਕਿ ਇਹੋ ਜਿਹੇ ਜਿਹੜੇ ਸ਼ਾਂਤਵਾਨ ਜੀਵ ਹਨ, ਉਹਨਾਂ ਦੇ ਬਾਰੇ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜੇ ਉਹਨਾਂ ਨੂੰ ਕੋਈ ਕਸ਼ਟ ਵੀ ਮਿਲਦਾ ਹੈ ਜਾਂ ਕਾਲ ਦੀ ਅਗਨੀ ਵੀ ਆ ਲੱਗੇ, ਤਾਂ ਵੀ ਉਹ ਸ਼ਾਂਤਵਾਨ ਰਹਿੰਦੇ ਹਨ। ਕਦੀ ਵੀ ਉਹ ਡੋਲਦੇ ਨਹੀਂ, ਹਮੇਸ਼ਾ ਸ਼ਾਂਤ ਰੂਪ ਰਹਿੰਦੇ ਹਨ। ਜਿਵੇਂ ਸ਼ੀਤਲ ਚਾਂਦਨੀ ਚੰਦਰਮਾ ਵਿੱਚ ਹੈ, ਤਿਵੇਂ ਜੋ ਕੁਝ ਸ਼ੁਭ ਗੁਣ ਤੇ ਸੰਪਦਾ ਹੈ, ਉਹ ਸਭ ਸ਼ਾਂਤੀ ਦੇ ਹਿਰਦੇ ਵਿੱਚ ਆ ਕੇ ਟਿਕਦੀ ਹੈ। ਸੋ ਜਿਸ ਤਰ੍ਹਾਂ ਦੇਖੋ, ਚੰਦਰਮਾ ਦੀ ਸ਼ੀਤਲ ਚਾਂਦਨੀ ਚੰਦਰਮਾ ਵਿੱਚ ਹੁੰਦੀ ਹੈ, ਬਿਲਕੁਲ ਇਸੇ ਹੀ ਤਰ੍ਹਾਂ ਜੋ ਕੁਝ ਸ਼ੁਭ ਗੁਣ ਤੇ ਸਾਰੀ ਸੰਪਦਾ ਹੈ, ਉਹ ਸਭ ਉਹ ਸ਼ਾਂਤਵਾਨ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦੀ ਹੈ। ਜਿਹੜਾ ਪੁਰਸ਼ ਅਧਿਆਤਮਿਕ ਤਾਪ ਨਾਲ ਸੜਦਾ ਹੈ, ਜੇ ਉਸ ਨੂੰ ਸ਼ਾਂਤੀ ਦੀ ਪ੍ਰਾਪਤੀ ਹੋ ਜਾਵੇ ਤਾਂ ਉਸ ਦੇ ਸਾਰੇ ਤਾਪ ਨਾਸ ਹੋ ਜਾਂਦੇ ਹਨ। ਸੋ ਜੇ ਕਿਸੇ ਜੀਵ ਨੂੰ ਕੋਈ ਸੰਸਾਰੀ ਤਾਪ ਲੱਗ ਜਾਵੇ, ਉਸ ਦੇ ਨਾਲ ਉਹ ਸੜਦਾ ਹੈ, ਪਰ ਜਦੋਂ ਉਹਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਇਹ ਜੋ ਸ਼ਮ ਜਾਂ ਸਮ, ਇਹ ਜੋ ਗੁਣ ਹੈ, ਜਦੋਂ ਉਹਦੇ ਵਿੱਚ ਆ ਜਾਂਦਾ ਹੈ ਤੇ ਉਹਦੇ ਸਾਰੇ ਤਾਪ ਜਿਹੜੇ ਹੁੰਦੇ ਹਨ, ਉਹ ਨਾਸ ਹੋ ਜਾਂਦੇ ਹਨ। ਜਿਵੇਂ ਸੜਦੀ ਧਰਤੀ ਮੀਂਹ ਵਸਣ ਨਾਲ ਸ਼ੀਤਲ ਹੋ ਜਾਂਦੀ ਹੈ, ਤਿਵੇਂ ਹੀ ਸ਼ਾਂਤੀਵਾਨ ਦਾ ਹਿਰਦਾ ਸ਼ੀਤਲ ਹੋ ਜਾਂਦਾ ਹੈ। ਦੇਖੋ, ਜਦੋਂ ਗਰਮੀ ਹੁੰਦੀ ਹੈ ਤੇ ਧਰਤੀ ਤਪ ਜਾਂਦੀ ਹੈ, ਪਰ ਜਦੋਂ ਉਸ ਦੇ ਉੱਤੇ ਮੀਂਹ ਬਰਸਦਾ ਹੈ ਤਾਂ ਉਹ ਧਰਤੀ ਸ਼ੀਤਲ ਹੋ ਜਾਂਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜੋ ਸ਼ਾਂਤਵਾਨ ਜੀਵ ਹੁੰਦੇ ਹਨ, ਉਹਨਾਂ ਦਾ ਹਿਰਦਾ ਸ਼ੀਤਲ ਹੋ ਜਾਂਦਾ ਹੈ। ਬਿਲਕੁਲ ਉਹਨਾਂ ਦੇ ਹਿਰਦੇ ਵਿੱਚ ਸ਼ੀਤਲਤਾ ਆ ਕੇ ਵਾਸ ਕਰਦੀ ਹੈ। ਜਿਸ ਮਨੁੱਖ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ, ਸੋ ਸਭ ਕਿਰਿਆ ਵਿੱਚ ਆਨੰਦ ਰੂਪ ਹੈ। ਔਰ ਜਿਹੜੇ ਜੀਵ ਸ਼ਾਂਤੀ ਪ੍ਰਾਪਤ ਕਰ ਲੈਂਦੇ ਹਨ, ਜੋ ਵੀ ਉਹ ਕਾਰਜ ਕਰਨ, ਕੋਈ ਵੀ ਕਰਮ ਕਰਨ, ਤੇ ਉਹ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਹਨ। ਉਸ ਨੂੰ ਕੋਈ ਦੁੱਖ ਨਹੀਂ ਪਾਉਂਦਾ, ਉਹਨਾਂ ਦੇ ਲਾਗੇ ਫਿਰ ਕੋਈ ਵੀ ਦੁੱਖ ਨਹੀਂ ਆਉਂਦਾ। ਜਿਵੇਂ ਬੱਜਰ ਤੇ ਪੱਥਰ ਦੀ ਸਿਲਾ ਨੂੰ ਕੋਈ ਤੀਰ ਵਿੰਨ ਨਹੀਂ ਸਕਦਾ, ਤਿਵੇਂ ਜਿਸ ਪੁਰਸ਼ ਨੇ ਸ਼ਾਂਤੀ ਰੂਪੀ ਸੰਜੋਗ ਪਹਿਨੀ ਹੈ, ਉਸ ਨੂੰ ਅਧਿਆਤਮਿਕ ਆਦਿ ਤਾਪ ਵਿੰਨ ਨਹੀਂ ਸਕਦੇ, ਉਹ ਸਦਾ ਸ਼ੀਤਲ ਰਹਿੰਦਾ ਹੈ। ਸੋ ਦੇਖੋ, ਬੜੀ ਸੋਹਣੀ ਉਦਾਹਰਨ ਹੈ ਕਿ ਬੱਜਰ ਤੇ ਪੱਥਰ
ਉਹ ਬੜੇ ਠੋਸ ਹੁੰਦੇ ਹਨ, ਉਹਨਾਂ ਨੂੰ ਕੋਈ ਤੀਰ ਵਿੰਨ ਨਹੀਂ ਸਕਦਾ। ਬਿਲਕੁਲ ਇਸੇ ਹੀ ਤਰ੍ਹਾਂ ਜਿਹੜੇ ਜੀਵ ਸ਼ਾਂਤ ਹੁੰਦੇ ਹਨ ਉਹਨਾਂ ਦੇ 'ਚ ਸ਼ੀਤਲਤਾ ਹੁੰਦੀ ਹੈ, ਕਿਉਂਕਿ ਉਹਨਾਂ ਨੇ ਸ਼ਾਂਤੀ ਰੂਪੀ ਕਵਚ ਪਹਿਨਿਆ ਹੈ ਤੇ ਉਹਨਾਂ ਨੂੰ ਕੋਈ ਵੀ ਸੰਸਾਰੀ ਜੋ ਤਾਪ ਹਨ ਉਹ ਵਿੰਨ ਨਹੀਂ ਸਕਦੇ, ਉਹ ਸਦਾ ਸ਼ੀਤਲ ਰਹਿੰਦੇ ਹਨ। ਤਪਸਵੀ ਪੰਡਿਤ ਯੱਗ ਕਰਨ ਵਾਲੇ ਤੇ ਧਨਾੜ ਪੂਜਾ ਵਿੱਚ ਮਾਨ ਕਰਨ ਯੋਗ ਹਨ, ਪਰ ਜਿਸ ਪੁਰਸ਼ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ ਉਹ ਸਾਰਿਆਂ ਤੋਂ ਉੱਤਮ ਤੇ ਸਾਰਿਆਂ ਦੇ ਪੂਜਣ ਯੋਗ ਹੈ। ਸੋ ਦੇਖੋ, ਜਿਹੜੇ ਜੀਵ ਤਪੱਸਿਆ ਕਰਦੇ ਹਨ, ਪੰਡਿਤ ਹਨ, ਯੱਗ ਕਰਨ ਵਾਲੇ ਔਰ ਧਨੀ ਜੋ ਪੂਜਾ ਵਿੱਚ ਮਾਨ ਕਰਨ ਯੋਗ ਹਨ, ਉਹ ਧਨੀ ਜੀਵ ਜਿਹੜੇ ਪੂਜਾ ਕਰਾਉਂਦੇ ਹਨ, ਜਿਨ੍ਹਾਂ ਦਾ ਸਾਰੇ ਜੀਵ ਮਾਣ ਕਰਦੇ ਹਨ, ਇਹੋ ਜਿਹੇ ਜਿਹੜੇ ਸ੍ਰੇਸ਼ਟ ਪੁਰਸ਼ ਹੁੰਦੇ ਹਨ। ਪਰ ਜਿਹੜੇ ਪੁਰਸ਼ ਸ਼ਾਂਤੀ ਦੀ ਪ੍ਰਾਪਤ ਕਰ ਲੈਂਦੇ ਹਨ ਉਹ ਇਹਨਾਂ ਸਾਰਿਆਂ ਤੋਂ ਉੱਤਮ ਹੋ ਜਾਂਦੇ ਹਨ ਤੇ ਸਾਰਿਆਂ ਦੇ ਪੂਜਣ ਯੋਗ ਹਨ। ਉਸ ਦੇ ਮਨ ਦੀ ਬਿਰਤੀ ਆਤਮ ਤੱਤ ਨੂੰ ਗ੍ਰਹਿਣ ਕਰਦੀ ਹੈ ਤੇ ਸਭ ਕਿਰਿਆ ਵਿੱਚ ਸ਼ੋਭਦੀ ਹੈ। ਇਹੋ ਜਿਹੇ ਜਿਹੜੇ ਅੱਛੇ ਜੀਵ ਹੁੰਦੇ ਹਨ ਉਹਨਾਂ ਦੇ ਮਨ ਦੀ ਜਿਹੜੀ ਬਿਰਤੀ ਹੁੰਦੀ ਹੈ ਉਹ ਪਰਮਾਤਮਾ ਦੇ ਤੱਤ ਨੂੰ ਗ੍ਰਹਿਣ ਕਰ ਲੈਂਦੇ ਹਨ। ਉਹ ਆਪਣੀ ਆਤਮਾ ਦੀ ਪਹਿਚਾਨ ਕਰਕੇ ਉਸ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਤੇ ਜੋ ਵੀ ਉਹ ਕਾਰਜ ਕਰਦੇ ਹਨ ਤੇ ਉਹਨਾਂ ਨੂੰ ਹਰ ਇੱਕ ਪਾਸਿਓਂ ਸ਼ੋਭਾ ਦੀ ਪ੍ਰਾਪਤੀ ਹੁੰਦੀ ਹੈ। ਜਿਸ ਪੁਰਸ਼ ਨੂੰ ਸ਼ਬਦ, ਸਪਰਸ਼, ਰੂਪ, ਰਸ, ਗੰਧ, ਕਿਰਿਆ ਦੇ ਵਿਸ਼ਿਆਂ ਦੇ ਇਸ਼ ਅਨਿਸ਼ ਵਿੱਚ ਮੋਹ ਈਰਖਾ ਨਹੀਂ ਹੁੰਦਾ, ਉਸ ਨੂੰ ਸ਼ਾਂਤ ਆਤਮਾ ਕਹਿੰਦੇ ਹਨ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਉਹ ਜੀਵ ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਜਿੱਤ ਲਿਆ ਹੈ ਔਰ ਸੰਸਾਰੀ ਜੋ ਚੰਗੇ ਮਾੜੇ ਭੋਗ ਪਦਾਰਥ ਹਨ, ਜੋ ਵੀ ਉਹਨਾਂ ਨੂੰ ਪ੍ਰਾਪਤ ਹੋਣ, ਉਹਨਾਂ ਦੇ ਵਿੱਚ ਨਾ ਉਹਨਾਂ ਦਾ ਬੜਾ ਪਿਆਰ ਹੁੰਦਾ ਹੈ, ਨਾ ਉਹ ਕਿਸੇ ਤੋਂ ਨਫ਼ਰਤ ਕਰਦੇ ਹਨ। ਇਹੋ ਜਿਹੇ ਜਿਹੜੇ ਜੀਵ ਹੁੰਦੇ ਹਨ ਉਹਨਾਂ ਨੂੰ ਅਸੀਂ ਸ਼ਾਂਤ ਆਤਮਾ ਕਹਿੰਦੇ ਹਾਂ, ਕਿਉਂਕਿ ਜਿਹੜੇ ਜੀਵ ਦੇ ਹਿਰਦੇ ਅੰਦਰ ਸ਼ਾਂਤੀ ਆ ਜਾਂਦੀ ਹੈ ਉਹ ਆਪਣੇ ਇੰਦਰੀਆਂ ਨੂੰ ਜਿੱਤ ਲੈਂਦਾ ਹੈ। ਭਾਵੇਂ ਉਹਨਾਂ ਨੂੰ ਸੰਸਾਰ ਦੇ ਵਿੱਚ ਅੱਛਾ ਜਾਂ ਮਾੜਾ ਨਸੀਬ ਹੋਵੇ, ਉਹ ਕਦੀ ਵੀ ਕਿਸੇ ਨੂੰ ਦੋਸ਼ ਨਹੀਂ ਦਿੰਦੇ। ਆਪਣੇ ਕਰਮਾਂ ਦਾ ਫਲ ਉਹ ਸਮਝ ਕੇ ਉਸ ਨੂੰ ਉਹ ਭੋਗਦੇ ਹਨ। ਇਹੋ ਜਿਹੇ ਜੀਵਾਂ ਨੂੰ ਅਸੀਂ ਤਾਂ ਹੀ ਸ਼ਾਂਤ ਆਤਮਾ ਕਹਿੰਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਹੁਣ ਬ੍ਰੇਕ ਵੱਲ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਆਪ ਦੇ ਨਾਲ ਭਗਵਾਨ ਵਾਲਮੀਕ ਜੀ ਦੀ ਬਾਣੀ ਲੈ ਕੇ ਇੱਕ ਵਾਰੀ ਫਿਰ ਤੋਂ ਦੀ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। जय वाल्मीकि जय वाल्मीकि जय वाल्मीकि जय वाल्मीकि। जो बोले सो निरभै। भगवान वाल्मीक महाराज की जय। गुरु प्यारी साध संगत जी, ब्रेक तो बाद एक बार फिर तो असी भगवान वाल्मीक जी की बाणी लैके आप दे नाल आप दे रूबरू होने हाँ और भगवान वाल्मीक जी का जो उपदेश है अपनी बाणी विच ਉਹ ਆਪ ਦੇ ਨਾਲ ਉਹ ਵਿਚਾਰ ਸਾਂਝੇ ਕਰਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਆਪਣੀ ਪਵਿੱਤਰ ਬਾਣੀ ਸ਼੍ਰੀ ਯੋਗ ਵਸ਼ਿਸ਼ਟ ਮਹਾਰਾਮਾਇਣ ਦੇ ਵਿੱਚ ਸਾਨੂੰ ਉਹ ਗੁਣਾਂ ਦੇ ਬਾਰੇ ਦੱਸਦੇ ਹਨ, ਜਿਸ ਗੁਣਾਂ ਨੂੰ ਅਸੀਂ ਪਾ ਕੇ ਮੋਕਸ਼ ਦਾ ਜਿਹੜਾ ਦਵਾਰ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰਨਾ ਹੈ। ਔਰ ਪਹਿਲਾ ਜੋ ਹੈ ਉਹ ਹੈ ਸਮ, ਜਾਂ ਅਸੀਂ ਜਿਸ ਨੂੰ ਸ਼ਮ ਕਹਿ ਦਿੰਦੇ ਹਾਂ, ਉਸ ਦੇ ਬਾਰੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾ ਰਹੇ ਹਨ ਕਿ ਜਿਹੜਾ ਪੁਰਸ਼ ਸੰਸਾਰ ਦੇ ਸੋਹਣੇ ਪਦਾਰਥਾਂ ਵਿੱਚ ਨਹੀਂ ਵੱਜਦਾ ਤੇ ਆਤਮ ਆਨੰਦ ਨਾਲ ਪੂਰਨ ਹੈ, ਉਸ ਨੂੰ ਸ਼ਾਂਤਵਾਨ ਕਹਿੰਦੇ ਹਨ। ਕਿ ਉਹ ਜੀਵ ਜਿਹੜਾ ਇਸ ਸੰਸਾਰ ਦੇ ਜਿਹੜੇ ਸੋਹਣੇ ਪਦਾਰਥ ਹਨ ਇਹਨਾਂ ਵਿੱਚ ਨਹੀਂ ਵੱਜਦਾ ਔਰ ਜਿਸ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਆਨੰਦ ਆ ਗਿਆ ਹੈ, ਉਸ ਨੂੰ ਅਸੀਂ
ਸ਼ਾਂਤੀਵਾਨ ਕਹਿ ਸਕਦੇ ਹਾਂ। ਉਸ ਨੂੰ ਸੰਸਾਰ ਦੇ ਸ਼ੁਭ ਅਸ਼ੁਭ ਦੀ ਮਲੀਨਤਾ ਨਹੀਂ ਲੱਗਦੀ, ਉਹ ਸਦਾ ਨਿਰਲੇਪ ਰਹਿੰਦਾ ਹੈ। ਇਹੋ ਜਿਹੇ ਜਿਹੜੇ ਸ਼ਾਂਤੀਵਾਨ ਜੀਵ ਹਨ, ਉਹਨਾਂ ਨੂੰ ਇਹ ਸੰਸਾਰ ਦੇ ਅੱਛੇ ਜਾਂ ਮਾੜੇ ਜੋ ਭੋਗ ਪਦਾਰਥ ਹਨ, ਉਹਨਾਂ ਦੀ ਮੈਲ ਨਹੀਂ ਲੱਗਦੀ। ਉਹ ਸਦਾ ਨਿਰਲੇਪ ਰਹਿੰਦੇ ਹਨ, ਭਾਵ ਕਿ ਉਹਨਾਂ ਦੇ ਵਿੱਚ ਉਹ ਗੁਣ ਆ ਗਿਆ ਹੈ, ਜਿਸ ਦਾ ਕਰਕੇ ਉਹਨਾਂ ਦੀ ਜਿਹੜੀ ਮਨ ਦੀ ਬਿਰਤੀ ਹੈ ਉਹ ਪ੍ਰਮਾਤਮਾ ਦੇ ਵਿੱਚ ਰਹਿੰਦੀ ਹੈ, ਔਰ ਸੰਸਾਰੀ ਭੋਗ ਪਦਾਰਥਾਂ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦੇ ਹਨ। ਜਿਵੇਂ ਆਕਾਸ਼ ਸਾਰੇ ਪਦਾਰਥਾਂ ਤੋਂ ਨਿਰਲੇਪ ਹੈ, ਤਿਵੇਂ ਹੀ ਸ਼ਾਂਤੀਵਾਨ ਸਦਾ ਨਿਰਲੇਪ ਰਹਿੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਉਦਾਹਰਣ ਦਿੰਦੇ ਹਨ ਕਿ ਦੇਖੋ, ਆਕਾਸ਼ ਹੈ, ਉਸ ਵਿੱਚ ਸਭ ਕੁਛ ਹੈ, ਪਰ ਉਹ ਕਿਸੇ ਵੀ ਪਦਾਰਥ ਦੇ ਨਾਲ ਨਹੀਂ ਜੁੜਦਾ। ਬਿਲਕੁਲ ਇਸੇ ਹੀ ਤਰ੍ਹਾਂ ਜੋ ਸ਼ਾਂਤੀਵਾਨ ਜੀਵ ਹਨ, ਉਹ ਸਦਾ ਨਿਰਲੇਪ ਰਹਿੰਦੇ ਹਨ। ਉਹਨਾਂ ਦੇ ਮਨ ਦੀ ਬਿਰਤੀ ਉਸ ਪਰਮਾਤਮਾ ਦੇ ਵਿੱਚ ਜੁੜੀ ਹੋਈ ਹੈ। ਉਹ ਸੰਸਾਰੀ ਜਿਹੜੇ ਭੋਗ ਪਦਾਰਥ ਹਨ, ਇਹਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦੇ ਹਨ। ਐਸਾ ਪੁਰਸ਼ ਇਸ ਵਸਤੂ ਦੀ ਪ੍ਰਾਪਤੀ ਨਾਲ ਪ੍ਰਸੰਨ ਨਹੀਂ ਹੁੰਦਾ ਤੇ ਅਨਿਸ਼ਟ ਦੀ ਪ੍ਰਾਪਤੀ ਹੋਣ ਨਾਲ ਦੁਖੀ ਨਹੀਂ ਹੁੰਦਾ ਤੇ ਮਨ ਵਿੱਚ ਸਦਾ ਸ਼ਾਂਤ ਰਹਿੰਦਾ ਹੈ। ਇਹੋ ਜਿਹੇ ਜਿਹੜੇ ਸ੍ਰੇਸ਼ਟ ਜੀਵ ਹਨ, ਉਹਨਾਂ ਨੂੰ ਜੇ ਕੋਈ ਚੰਗੀ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਦੇ ਨਾਲ ਉਹ ਖੁਸ਼ ਨਹੀਂ ਹੁੰਦੇ, ਤੇ ਜੇ ਕੋਈ ਮਾੜੀ ਚੀਜ਼ ਜਾਂ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਦੁਖੀ ਨਹੀਂ ਹੁੰਦੇ। ਆਪਣੇ ਮਨ ਵਿੱਚ ਉਹ ਹਮੇਸ਼ਾ ਸ਼ਾਂਤ ਰਹਿੰਦੇ ਹਨ, ਉਸ ਨੂੰ ਕੋਈ ਦੁੱਖ ਨਹੀਂ ਛੂੰਹਦਾ, ਉਹ ਸਦਾ ਪਰਮ ਆਨੰਦ ਰੂਪ ਰਹਿੰਦਾ ਹੈ। ਇਹੋ ਜਿਹੇ ਜਿਹੜੇ ਜੀਵ ਹੁੰਦੇ ਹਨ, ਜਿਨ੍ਹਾਂ ਵਿੱਚ ਸਮ ਵਰਗਾ ਗੁਣ ਆ ਗਿਆ ਹੈ, ਉਹਨਾਂ ਨੂੰ ਕੋਈ ਦੁੱਖ ਉਹਨਾਂ ਦੇ ਲਾਗੇ ਨਹੀਂ ਫਿਰਾਉਂਦਾ। ਉਹ ਸਦਾ ਪਰਮ ਆਨੰਦ ਦੇ ਵਿੱਚ ਰਹਿੰਦੇ ਹਨ। ਆਨੰਦ ਹਮੇਸ਼ਾ ਉਹਨਾਂ ਦੇ ਹਿਰਦੇ ਵਿੱਚ ਰਹਿੰਦਾ ਹੈ। ਜਿਵੇਂ ਸੂਰਜ ਦੇ ਉਦੇ ਹੋਣ ਨਾਲ ਹਨੇਰਾ ਨਾਸ ਹੋ ਜਾਂਦਾ ਹੈ, ਤਿਵੇਂ ਉਹ ਸ਼ਾਂਤੀ ਪ੍ਰਾਪਤ ਹੋਣ ਨਾਲ ਸਭ ਦੁੱਖਾਂ ਤੋਂ ਮੁਕਤ ਹੋ ਕੇ ਸਦਾ ਨਿਰਵਿਕਾਰ ਰਹਿੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਦੇਖੋ, ਜਦੋਂ ਸੂਰਜ ਚੜ੍ਹਦਾ ਹੈ ਤੇ ਸੂਰਜ ਚੜ੍ਹਨ ਦੇ ਨਾਲ ਹਨੇਰਾ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਉਹ ਜੀਵ ਜਿਨ੍ਹਾਂ ਨੇ ਸਮ ਦੀ ਪ੍ਰਾਪਤੀ ਕਰ ਲਈ ਹੈ, ਉਹਨਾਂ ਦੇ ਸ਼ਾਂਤੀ ਆ ਗਈ ਹੈ ਔਰ ਉਹ ਸਭ ਦੁੱਖਾਂ ਤੋਂ ਮੁਕਤ ਹੋ ਗਏ ਹਨ। ਤੇ ਫਿਰ ਉਹ ਸੰਸਾਰੀ ਜਿਹੜੇ ਵਿਕਾਰ ਹਨ, ਇਹਨਾਂ ਤੋਂ ਮੁਕਤ ਹੋ ਜਾਂਦੇ ਹਨ। ਉਹਨਾਂ ਦੇ ਵਿੱਚ ਕੋਈ ਵਿਕਾਰ ਨਹੀਂ ਰਹਿ ਜਾਂਦਾ। ਲੋਭ, ਮੋਹ, ਹੰਕਾਰ ਆਦਿਕ ਇਹੋ ਜਿਹੇ ਜਿਹੜੇ ਵਿਕਾਰ ਹਨ, ਉਹ ਸਭ ਉਹਨਾਂ ਤੋਂ ਦੂਰ ਹੋ ਜਾਂਦੇ ਹਨ। ਉਹ ਪੁਰਸ਼ ਹਰੇਕ ਚੇਸ਼ਟਾ ਕਰਦਾ ਦਿਖਾਈ ਦਿੰਦਾ ਹੈ, ਪਰ ਸਦਾ ਨਿਰਗੁਣ ਰੂਪ ਹੈ, ਕੋਈ ਕਿਰਿਆ ਉਸ ਨੂੰ ਨਹੀਂ ਛੂੰਹਦੀ। ਕਿ ਇਹੋ ਜਿਹੇ ਜਿਹੜੇ ਸ੍ਰੇਸ਼ਟ ਜੀਵ ਹਨ, ਉਹ ਅਸੀਂ ਦੇਖਦੇ ਹਾਂ ਕਿ ਸਾਰੇ ਆਪਣੇ ਕੰਮ ਕਾਰਜ ਕਰਦੇ ਹਨ, ਆਪਣੇ ਫਰਜ਼ ਪੂਰੇ ਕਰਦੇ ਹਨ। ਦੇਖਣ ਨੂੰ ਸਾਰੇ ਸੰਸਾਰੀ ਆਪਣੇ ਕਾਰਜ ਕਰਦੇ ਹਨ, ਪਰ ਉਹ ਨਿਰਗੁਣ ਰੂਪ ਹਨ। ਦੇਖਣ ਨੂੰ ਉਹ ਇਸ ਤਰ੍ਹਾਂ ਲੱਗਦੇ ਹਨ ਕਿ ਸਾਡੇ ਵਾਂਗੂ ਉਹ ਵੀ ਆਪਣੇ ਕਾਰਜ ਕਰਦੇ ਹਨ, ਪਰ ਉਹਨਾਂ ਨੂੰ ਕੋਈ ਕਰਮ ਜੋ ਹੈ ਉਹ ਨਹੀਂ ਛੂੰਹਦਾ। ਉਹ ਕਰਮ ਰਹਿਤ ਹੋ ਜਾਂਦੇ ਹਨ। ਜਿਵੇਂ ਜਲ ਵਿੱਚ ਕਮਲ ਨਿਰਲੇਪ ਰਹਿੰਦਾ ਹੈ, ਤਿਵੇਂ ਸ਼ਾਂਤੀਵਾਨ ਸਭ ਤੋਂ ਨਿਰਲੇਪ ਰਹਿੰਦਾ ਹੈ। ਸੋ ਭਗਵਾਨ ਵਾਲਮੀਕ ਜੀ ਬੜੀ ਸੋਹਣੀ ਉਦਾਹਰਨ ਦਿੰਦੇ ਹਨ ਕਿ ਦੇਖੋ, ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਹੁੰਦਾ ਹੈ, ਉਹ ਹਮੇਸ਼ਾ ਪਾਣੀ ਤੋਂ ਉੱਪਰ ਹੁੰਦਾ ਹੈ, ਪਾਣੀ ਉਹਨੂੰ ਛੂੰਹਦਾ ਨਹੀਂ। ਬਿਲਕੁਲ ਇਸੇ ਹੀ ਤਰ੍ਹਾਂ ਜੋ ਸ਼ਾਂਤੀਵਾਨ ਜੀਵ ਹਨ, ਉਹ ਸਦਾ ਨਿਰਲੇਪ ਰਹਿੰਦੇ ਹਨ। ਉਹਨਾਂ ਨੂੰ ਕੋਈ ਵੀ ਸੰਸਾਰੀ ਰੰਗ ਨਹੀਂ ਚੜ੍ਹਦਾ। ਉਹਨਾਂ ਦੇ ਮਨ ਦੀ ਬਿਰਤੀ ਜਿਹੜੀ ਹੈ ਹਮੇਸ਼ਾ ਉਹ ਪ੍ਰਮਾਤਮਾ ਦੇ ਵਿੱਚ ਲੱਗੀ ਰਹਿੰਦੀ ਹੈ, ਔਰ ਪ੍ਰਮਾਤਮਾ ਦੇ ਨਾਮ ਦੇ ਜਿਹੜਾ ਉਹਨਾਂ ਨੇ ਆਨੰਦ ਪ੍ਰਾਪਤ ਕੀਤਾ ਹੈ, ਉਸ ਵਿੱਚ ਹਮੇਸ਼ਾ ਉਹ ਆਨੰਦਿਤ ਰਹਿੰਦੇ ਹਨ। ਜਿਹੜਾ ਪੁਰਸ਼ ਬੜੀ ਰਾਜ ਸੰਪਦਾ ਤੇ ਬੜੀ ਮੁਸੀਬਤ ਨੂੰ ਪਾ ਕੇ ਜਿਉਂ ਦਾ ਤਿਉਂ ਅਲੱਗ ਰਹਿੰਦਾ ਹੈ,
ਉਸ ਨੂੰ ਸ਼ਾਂਤੀਵਾਨ ਕਹਿਣਾ ਚਾਹੀਦਾ ਹੈ ਕਿ ਉਹ ਜੀਵ, ਉਹ ਪੁਰਸ਼ ਕਿ ਜਿਹੜੇ ਰਾਜ ਭਾਗ ਵੀ ਪਾਲਣ, ਭਾਵੇਂ ਉਹਨਾਂ ਨੂੰ ਕੋਈ ਵੀ ਮੁਸੀਬਤ ਵੀ ਆ ਕੇ ਘੇਰ ਲਵੇ, ਉਹ ਕਦੇ ਡੋਲਦੇ ਨਹੀਂ, ਬਿਲਕੁਲ ਜਿਉਂਦੇ ਤਿਉਂ ਰਹਿੰਦੇ ਹਨ। ਉਹਨਾਂ ਨੂੰ ਅਸੀਂ ਸ਼ਾਂਤੀਵਾਨ ਕਹਿ ਸਕਦੇ ਹਾਂ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਧਨ ਦੌਲਤ ਮਿਲੇ ਜਾਂ ਉਹਨਾਂ ਨੂੰ ਕੋਈ ਕਸ਼ਟ ਦੀ ਪ੍ਰਾਪਤੀ ਹੋਵੇ, ਉਹ ਹਰ ਇੱਕ ਅਵਸਥਾ ਦੇ ਵਿੱਚ ਹਮੇਸ਼ਾ ਸ਼ਾਂਤਪੂਰਵਕ ਵਿਚਰਦੇ ਹਨ। ਇਸ ਕਰਕੇ ਉਹਨਾਂ ਦੇ ਜੋ ਅੱਛਾ ਗੁਣ ਇਹ ਸਮ ਆ ਗਿਆ ਹੈ, ਉਸ ਦਾ ਕਰਕੇ ਉਹ ਕਦੀ ਡੋਲਦੇ ਨਹੀਂ। ਉਹ ਆਪਣੇ ਕਾਰਜ ਕਰਦੇ ਹਨ, ਮਾੜਾ ਮਿਲੇ ਚੰਗਾ ਮਿਲੇ, ਉਹ ਆਪਣੇ ਕਾਰਜਾਂ ਦੇ ਵਿੱਚ ਜੁਟੇ ਰਹਿੰਦੇ ਹਨ ਔਰ ਉਹਨਾਂ ਦੇ ਮਨ ਦੀ ਬਿਰਤੀ ਹਮੇਸ਼ਾ ਆਪਣੀ ਆਤਮਾ ਦੇ ਵਿੱਚ ਉਸ ਪਰਮਾਤਮਾ ਦੇ ਟਿਕੀ ਹੁੰਦੀ ਹੈ। ਜਿਹੜਾ ਪੁਰਸ਼ ਸ਼ਾਂਤੀ ਤੋਂ ਰਹਿਤ ਹੈ, ਉਸ ਦਾ ਚਿੱਤ ਮੋਹ ਈਰਖਾ ਕਰਕੇ ਹਰ ਸਮੇਂ ਸੜਦਾ ਰਹਿੰਦਾ ਹੈ। ਦੂਸਰੇ ਪਾਸੇ ਦੇਖੋ, ਉਹ ਜੀਵ ਜਿਹੜੇ ਸ਼ਾਂਤੀ ਤੋਂ ਰਹਿਤ, ਜਿਨ੍ਹਾਂ ਦੇ ਵਿੱਚ ਕੋਈ ਸ਼ਾਂਤੀ ਨਹੀਂ ਹੈ, ਕੋਈ ਸਮਤਾ ਭਾਵ ਨਹੀਂ ਹੈ, ਕੋਈ ਸਮ ਵਰਗਾ ਗੁਣ ਨਹੀਂ ਹੈ, ਉਹਨਾਂ ਦੀ ਜਿਹੜੇ ਮਨ ਦੀ ਸ਼ਕਤੀ ਹੈ, ਚਿੱਤ ਹੈ, ਉਹ ਸੰਸਾਰੀ ਮੋਹ ਦੇ ਵਿੱਚ ਫਸੇ ਹੋਏ ਹਨ। ਈਰਖਾ, ਨਫ਼ਰਤ, ਇਹੋ ਜਿਹੇ ਉਹਨਾਂ ਦੇ ਵਿੱਚ ਵਿਕਾਰ ਆ ਜਾਂਦੇ ਹਨ ਔਰ ਹਮੇਸ਼ਾ ਉਹ ਸੜਦੇ ਰਹਿੰਦੇ ਹਨ। ਜਿਸ ਪੁਰਸ਼ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ, ਉਹ ਬਾਹਰੋਂ ਅੰਦਰੋਂ ਸ਼ੀਤਲ ਤੇ ਸਦਾ ਇੱਕ ਰਸ ਰਹਿੰਦਾ ਹੈ। ਔਰ ਦੂਸਰੇ ਪਾਸੇ ਜਿਹੜੇ ਪੁਰਸ਼ਾਂ ਨੇ ਸ਼ਾਂਤੀ ਦੀ ਪ੍ਰਾਪਤੀ ਕਰ ਲਈ ਹੈ, ਉਹ ਬਾਹਰੋਂ ਅੰਦਰੋਂ ਹਮੇਸ਼ਾ ਸ਼ੀਤਲ ਤੇ ਸਦਾ ਇੱਕ ਰਸ ਰਹਿੰਦੇ ਹਨ, ਕਦੀ ਡੋਲਦੇ ਨਹੀਂ, ਹਮੇਸ਼ਾ ਸ਼ਾਂਤਪੂਰਵਕ ਸੰਸਾਰ ਦੇ ਵਿੱਚ ਵਿਚਰਦੇ ਹਨ। ਜਿਵੇਂ ਹਿਮਾਲਾ ਪਰਬਤ ਸਦਾ ਸ਼ੀਤਲ ਰਹਿੰਦਾ ਹੈ, ਤਿਵੇਂ ਉਹ ਪੁਰਸ਼ ਸਦਾ ਸ਼ੀਤਲ ਤੇ ਇੱਕ ਰਸ ਰਹਿੰਦਾ ਹੈ। ਸੋ ਬੜੀ ਸੋਹਣੀ ਉਦਾਹਰਨ ਦਿੰਦੇ ਹਨ ਭਗਵਾਨ ਵਾਲਮੀਕ ਜੀ ਕਿ ਦੇਖੋ, ਹਿਮਾਲਾ ਪਰਬਤ ਹੁੰਦਾ ਹੈ, ਬਰਫ਼ ਉੱਤੇ ਹੁੰਦੀ ਹੈ ਤੇ ਉਹ ਹਮੇਸ਼ਾ ਸ਼ੀਤਲ ਰਹਿੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਉਹ ਜੀਵ ਸਦਾ ਸ਼ੀਤਲ ਰਹਿੰਦੇ ਹਨ, ਜਿਨ੍ਹਾਂ ਦੇ ਵਿੱਚ ਇਹ ਅੱਛਾ ਗੁਣ ਆ ਗਿਆ ਹੈ, ਸ਼ਾਂਤੀ ਆ ਗਈ ਹੈ, ਸਮ ਆ ਗਿਆ ਹੈ। ਉਸ ਦੇ ਮੁਖ ਦੀ ਚਮਕ ਬਹੁਤ ਸੁੰਦਰ ਹੋ ਜਾਂਦੀ ਹੈ ਔਰ ਜਦੋਂ ਅਸੀਂ ਉਹਨਾਂ ਵੱਲ ਦੇਖਦੇ ਹਾਂ ਤੇ ਉਹਨਾਂ ਦੇ ਮੁਖ ਦੇ ਉੱਤੇ ਬੜੀ ਸੁੰਦਰ ਚਮਕ ਹੁੰਦੀ ਹੈ। ਜਿਵੇਂ ਚੰਦਰਮਾ ਨਿਕਲੰਕ ਹੈ, ਤਿਵੇਂ ਸ਼ਾਂਤੀਵਾਨ ਨਿਕਲੰਕ ਰਹਿੰਦਾ ਹੈ। ਦੇਖੋ, ਜਿਸ ਤਰ੍ਹਾਂ ਚੰਦਰਮਾ ਕਲੰਕ ਰਹਿਤ ਹੈ, ਬਿਲਕੁਲ ਇਸੇ ਹੀ ਤਰ੍ਹਾਂ ਜਿਹੜੇ ਜੀਵ ਸ਼ਾਂਤੀਵਾਨ ਹੋ ਜਾਂਦੇ ਹਨ, ਉਹ ਵੀ ਕਲੰਕਾਂ ਤੋਂ ਰਹਿਤ ਹੋ ਜਾਂਦੇ ਹਨ। ਜਿਸ ਪੁਰਸ਼ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ, ਉਹ ਪਰਮ ਆਨੰਦਿਤ ਹੋਇਆ ਹੈ। ਸੋ ਇਹੋ ਜਿਹਾ ਅੱਛਾ ਗੁਣ ਜਿਹੜੇ ਜੀਵਾਂ ਦੇ ਵਿੱਚ ਆ ਗਿਆ ਹੈ, ਉਹਨਾਂ ਨੂੰ ਪਰਮ ਸ਼ਾਂਤੀ ਦੀ ਪ੍ਰਾਪਤੀ ਹੋ ਗਈ ਹੈ ਤੇ ਉਹ ਹਮੇਸ਼ਾ ਹਮੇਸ਼ਾ ਲਈ ਆਨੰਦਿਤ ਹੋ ਗਏ ਹਨ। ਉਸ ਨੂੰ ਪਰਮ ਲਾਭ ਪ੍ਰਾਪਤ ਹੁੰਦਾ ਹੈ, ਫਿਰ ਉਸ ਨੂੰ ਲਾਭ ਹੀ ਲਾਭ ਹੈ ਔਰ ਉਹ ਲਾਭ ਉਹਨੂੰ ਮਿਲਦਾ ਹੈ ਜਿਹੜਾ ਹਮੇਸ਼ਾ ਉਹਦੇ ਨਾਲ ਰਹਿਣ ਵਾਲਾ ਹੈ। ਗਿਆਨੀ ਇਸੇ ਨੂੰ ਪਰਮ ਪਦ ਕਹਿੰਦੇ ਹਨ ਔਰ ਜਿਹੜੇ ਗਿਆਨੀ ਜੀਵ ਹਨ, ਸੰਤ ਮਹਾਤਮਾ ਹਨ, ਉਹ ਇਸ ਨੂੰ ਪਰਮ ਪਦ ਕਹਿੰਦੇ ਹਨ ਕਿ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਅੱਛੇ ਗੁਣ ਆ ਜਾਂਦੇ ਹਨ, ਜੀਂਦੇ ਜੀ ਜਿਹੜੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਮੁਕਤ ਕਰ ਲੈਂਦੇ ਹਨ, ਉਹਨਾਂ ਨੇ ਸਮਝੋ ਉਸ ਪਰਮਾਤਮਾ ਦੇ ਪਦ ਦੀ ਪ੍ਰਾਪਤੀ ਕਰ ਲਈ ਹੈ। ਜਿਸ ਨੇ ਪੁਰਸ਼ਾਰਥ ਕਰਨਾ ਹੈ, ਉਸ ਨੂੰ ਸ਼ਾਂਤੀ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਜੇ ਕਿਸੇ ਨੇ ਕੋਈ ਮਿਹਨਤ ਕਰਨੀ ਹੈ, ਕੋਈ ਅਭਿਆਸ ਕਰਨਾ ਹੈ, ਤੇ ਪੁਰਸ਼ਾਰਥ ਜਿਸ ਤਰ੍ਹਾਂ ਸਾਨੂੰ ਬਾਣੀ ਦੱਸਦੀ ਹੈ, ਉਸ ਤਰ੍ਹਾਂ ਸਾਨੂੰ ਮਿਹਨਤ ਅਭਿਆਸ ਕਰਨਾ ਪਵੇਗਾ ਤੇ ਫਿਰ ਸਾਨੂੰ ਇਹ ਸ਼ਾਂਤੀ ਦੀ ਪ੍ਰਾਪਤੀ ਛੇਤੀ ਹੀ ਹੋ ਜਾਵੇਗੀ। ਭਗਵਾਨ ਜੀ ਕਹਿੰਦੇ ਹਨ ਕਿ ਜਿਵੇਂ ਮੈਂ ਕਹਾ, ਉਸ ਢੰਗ ਨਾਲ ਸ਼ਾਂਤੀ ਗ੍ਰਹਿਣ ਕਰੋ, ਤਦ ਹੀ ਸੰਸਾਰ ਸਮੁੰਦਰ ਤੋਂ ਪਾਰ ਹੋਵੋਗੇ। ਕਿ ਜਿਸ ਤਰ੍ਹਾਂ ਮੈਂ ਇਹ ਬਾਣੀ ਦੇ ਵਿੱਚ ਤੁਹਾਨੂੰ ਯੁਕਤੀ ਦੱਸੀ ਹੈ, ਜੇ ਉਹ ਯੁਕਤੀ ਤੁਸੀਂ ਅਪਣਾ ਕੇ ਪੁਰਸ਼ਾਰਥ ਕਰੋਗੇ, ਮਿਹਨਤ ਕਰੋਗੇ, ਤਾਂ ਅਵਸ਼ੀ ਤੁਸੀਂ ਸ਼ਾਂਤੀ ਨੂੰ ਗ੍ਰਹਿਣ ਕਰ ਲਵੋਗੇ ਤੇ ਇਹ ਜੋ ਸੰਸਾਰ ਸਮੁੰਦਰ ਹੈ, ਇਸ ਨੂੰ ਤੁਸੀਂ ਪਾਰ ਕਰ ਲਵੋਗੇ।
ਗੁਰੂ ਪਿਆਰ ਸਾਧ ਸੰਗਤ ਜੀ, ਹੁਣ ਅਸੀਂ ਜੋ ਵਿਚਾਰ ਹੈ ਇਸ ਗੁਣ ਦੇ ਉੱਪਰ ਆਉਂਦੇ ਹਾਂ। ਭਗਵਾਨ ਵਾਲਮੀਕ ਜੀ ਸਾਨੂੰ ਵਿਚਾਰ ਦੇ ਬਾਰੇ ਕੀ ਦੱਸਦੇ ਹਨ। ਹੁਣ ਵਿਚਾਰ ਦਾ ਨਿਰੂਪਣ ਸੁਣੋ। ਜਦੋਂ ਹਿਰਦਾ ਸੁੱਚਾ ਹੁੰਦਾ ਹੈ ਤਦੋਂ ਵਿਚਾਰ ਉਤਪਨ ਹੁੰਦਾ ਹੈ ਤੇ ਸ਼ਾਸਤਰ ਅਰਥ ਤੇ ਵਿਚਾਰ ਦੁਆਰਾ ਬੁੱਧੀ ਤੀਕਸ਼ਣ ਹੁੰਦੀ ਹੈ। ਕਿ ਵਿਚਾਰ ਕੀ ਹੈ? ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਦੋਂ ਜੀਵ ਦਾ ਹਿਰਦਾ ਜਿਹੜਾ ਹੈ ਸੁੱਚਾ ਹੋ ਜਾਂਦਾ ਹੈ, ਫਿਰ ਉਸ ਵਿੱਚ ਵਿਚਾਰ ਉਤਪਨ ਹੁੰਦਾ ਹੈ ਤੇ ਫਿਰ ਜੋ ਬਾਣੀ ਹੈ ਉਸ ਦੇ ਅਰਥ ਤੇ ਜਦੋਂ ਜੀਵ ਵਿਚਾਰ ਕਰਦਾ ਹੈ ਔਰ ਵਿਚਾਰ ਕਰਨ ਦੇ ਨਾਲ ਭਾਵ ਅਮਲ ਕਰਨ ਦੇ ਨਾਲ ਉਹਦੀ ਫਿਰ ਜੋ ਬੁੱਧੀ ਹੈ ਉਹ ਤਿੱਖੀ ਹੋ ਜਾਂਦੀ ਹੈ। ਉਹਦੇ ਵਿੱਚ ਫਿਰ ਪ੍ਰਮਾਤਮਾ ਦੇ ਨਾਮ ਦਾ ਗਿਆਨ ਆ ਜਾਂਦਾ ਹੈ। ਅਗਿਆਨ ਰੂਪੀ ਜੰਗਲ ਵਿੱਚ ਵਿਪਤਾ ਰੂਪੀ ਵੇਲ ਦੀ ਉਤਪਤੀ ਹੁੰਦੀ ਹੈ। ਉਸ ਨੂੰ ਵਿਚਾਰ ਰੂਪੀ ਤਲਵਾਰ ਨਾਲ ਜਦੋਂ ਕੱਟੋਗੇ ਤਦ ਸ਼ਾਂਤ ਆਤਮਾ ਹੋਵੋਗੇ। ਅਗਿਆਨ ਰੂਪੀ ਜੰਗਲ, ਅਗਿਆਨਤਾ ਦਾ ਕਰਕੇ ਸਾਨੂੰ ਵਿਪਤਾ ਮਿਲਦੀ ਹੈ। ਅਗਿਆਨ ਰੂਪੀ ਜੰਗਲ ਵਿੱਚ ਇਹ ਜੋ ਮੁਸੀਬਤ ਰੂਪੀ ਵੇਲ ਹੈ ਉਸ ਦੀ ਉਤਪਤੀ ਹੁੰਦੀ ਹੈ। ਭਾਵ ਕੀ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜਦੋਂ ਸਾਡੇ ਵਿੱਚ ਗਿਆਨਤਾ ਹੁੰਦੀ ਹੈ ਤੇ ਸਾਨੂੰ ਮੁਸੀਬਤਾਂ ਆ ਕੇ ਘੇਰ ਲੈਂਦੀਆਂ ਹਨ, ਪਰ ਉਹ ਮੁਸੀਬਤਾਂ ਨੂੰ ਉਹ ਵੇਲ ਜੋ ਹੈ ਉਸ ਗਿਆਨ ਰੂਪੀ ਜੰਗਲ ਵਿੱਚ ਉਸ ਨੂੰ ਵਿਚਾਰ ਰੂਪੀ ਤਲਵਾਰ ਦੇ ਨਾਲ ਜਦੋਂ ਅਸੀਂ ਕੱਟਾਂਗੇ ਤਦ ਸ਼ਾਂਤ ਆਤਮਾ ਹੋਵਾਂਗੇ। ਕਿ ਅਸੀਂ ਵਿਚਾਰ ਦੇ ਨਾਲ ਸੋਚ ਸਮਝ ਕੇ ਅਮਲ ਕਰਕੇ ਅਗਿਆਨਤਾ ਨੂੰ ਦੂਰ ਕਰਨਾ ਹੈ, ਫਿਰ ਅਸੀਂ ਸ਼ਾਂਤ ਆਤਮਾ ਹੋ ਜਾਵਾਂਗੇ, ਸਾਨੂੰ ਸ਼ਾਂਤੀ ਦੀ ਪ੍ਰਾਪਤੀ ਹੋ ਜਾਵੇਗੀ। ਮੋਹ ਰੂਪੀ ਹਾਥੀ ਜੀਵ ਦੇ ਹਿਰਦੇ ਨੂੰ ਟੁਕੜੇ ਟੁਕੜੇ ਕਰ ਦਿੰਦਾ ਹੈ। ਭਗਵਾਨ ਵਾਲਮੀਕ ਜੀ ਦੇਖੋ, ਇਹ ਜੋ ਸਾਡਾ ਸੰਸਾਰ ਦੇ ਨਾਲ ਮੋਹ ਹੈ ਉਸ ਦੇ ਬਾਰੇ ਦੱਸਦੇ ਹਨ ਕਿ ਜਿਸ ਤਰ੍ਹਾਂ ਇਹ ਮੋਹ ਰੂਪੀ ਹਾਥੀ ਹੈ, ਇਹਦਾ ਕੀ ਕੰਮ ਹੈ? ਇਹ ਜੀਵ ਦੇ ਹਿਰਦੇ ਨੂੰ ਟੁਕੜੇ ਟੁਕੜੇ ਕਰ ਦਿੰਦਾ ਹੈ। ਕਿ ਦੇਖੋ, ਜਿਸ ਤਰ੍ਹਾਂ ਹਾਥੀ ਜਦੋਂ ਘੁੰਮਦਾ ਫਿਰਦਾ ਹੈ ਤੇ ਕੋਈ ਰਸਤੇ ਦੇ ਵਿੱਚ ਫੁੱਲ ਆ ਜਾਣ, ਉਹ ਫੁੱਲਾਂ ਨੂੰ ਟੁਕੜੇ ਟੁਕੜੇ ਕਰ ਦਿੰਦਾ ਹੈ ਜਦੋਂ ਉਹਨਾਂ ਤੇ ਚੱਲਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਮੋਹ ਹੈ, ਇਹ ਸੰਸਾਰੀ ਮੋਹ ਹੈ, ਸਾਡੇ ਹਿਰਦੇ ਨੂੰ ਟੁਕੜੇ ਟੁਕੜੇ ਕਰ ਦਿੰਦਾ ਹੈ। ਮਤਲਬ ਇਹ ਹੈ ਕਿ ਇਸ਼ਟ ਅਨਿਸ਼ਟ ਪਦਾਰਥ ਵਿੱਚ ਮੋਹ ਈਰਖਾ ਨਾਲ ਵਿੰਨਿਆ ਜਾਂਦਾ ਹੈ ਕਿ ਉਹ ਜੀਵ ਜਿਹਦਾ ਹਿਰਦਾ ਸਹੀ ਨਹੀਂ ਹੈ, ਉਹ ਜਦੋਂ ਅੱਛੇ ਜਾਂ ਮਾੜੇ ਪਦਾਰਥ ਜਦੋਂ ਸਾਨੂੰ ਮਿਲਦੇ ਹਨ, ਫਿਰ ਅਸੀਂ ਮੋਹ ਈਰਖਾ ਪਿਆਰ ਨਫ਼ਰਤ ਨਾਲ ਵਿੰਨੇ ਜਾਂਦੇ ਹਾਂ। ਜਦੋਂ ਵਿਚਾਰ ਰੂਪੀ ਸ਼ੇਰ ਪ੍ਰਗਟੇ ਤਦੋਂ ਮੋਹ ਰੂਪੀ ਹਾਥੀ ਦਾ ਨਾਸ਼ ਕਰੇ, ਫਿਰ ਆਤਮਾ ਸ਼ਾਂਤ ਹੋਵੇ। ਕਿ ਜਦੋਂ ਸਾਡੇ ਵਿੱਚ ਵਿਚਾਰ ਰੂਪੀ ਸ਼ੇਰ ਪ੍ਰਗਟ ਹੁੰਦਾ ਹੈ ਤੇ ਫਿਰ ਉਹ ਇਹ ਜੋ ਮੋਹ ਰੂਪੀ ਹਾਥੀ ਹੈ ਉਸ ਦਾ ਨਾਸ਼ ਕਰ ਦਿੰਦਾ ਹੈ। ਫਿਰ ਸਾਡੇ ਵਿੱਚ ਸ਼ਾਂਤੀ ਆ ਜਾਂਦੀ ਹੈ, ਅਸੀਂ ਸ਼ਾਂਤ ਆਤਮਾ ਹੋ ਜਾਂਦੇ ਹਾਂ। ਜਿਸ ਪੁਰਸ਼ ਨੂੰ ਕੁਝ ਸਿੱਧਤਾ ਪ੍ਰਾਪਤ ਹੋਈ ਹੈ ਸੋ ਵਿਚਾਰ ਤੇ ਪੁਰਸ਼ਾਰਥ ਕਰਕੇ ਹੋਈ ਹੈ। ਕਿ ਕੋਈ ਵੀ ਜੀਵ ਹੈ ਜਿਹਦੇ ਕੋਈ ਕਾਰਜ ਠੀਕ ਹੋਏ ਹਨ, ਉਹ ਕਿਸ ਤਰ੍ਹਾਂ ਹੁੰਦੇ ਹਨ? ਜਦੋਂ ਵਿਚਾਰ ਤੇ ਪੁਰਸ਼ਾਰਥ ਉਹ ਜੀਵ ਕਰਦਾ ਹੈ, ਵਿਚਾਰ ਦੇ ਨਾਲ ਤੇ ਪੁਰਸ਼ਾਰਥ ਦੇ ਨਾਲ ਉਹ ਆਪਣੇ ਕਾਰਜ ਸਾਰੇ ਸਿੱਧ ਕਰ ਸਕਦਾ ਹੈ। ਜਦੋਂ ਪਹਿਲਾਂ ਰਾਜਾ ਵਿਚਾਰ ਕਰਕੇ ਪੁਰਸ਼ਾਰਥ ਕਰਦਾ ਹੈ, ਉਸ ਕਰਕੇ ਉਹ ਰਾਜ ਪ੍ਰਾਪਤ ਕਰਦਾ ਹੈ। ਬਲ ਬੁੱਧੀ ਤੇਜ ਪਦਾਰਥ ਦਾ ਆਗਮਨ ਤੇ ਪਦਾਰਥ ਦੀ ਪ੍ਰਾਪਤੀ ਹੋਣੀ, ਇਹਨਾਂ ਪੰਜਾਂ ਦੀ ਪ੍ਰਾਪਤੀ ਵਿਚਾਰ ਨਾਲ ਹੁੰਦੀ ਹੈ। ਅਰਥਾਤ ਇੰਦਰੀਆਂ ਦਾ ਜਿੱਤਣਾ ਤੇ ਬੁੱਧੀ ਆਤਮਾ ਵਿਆਪਣੀ ਤੇ ਤੇਜ ਪਦਾਰਥ ਦਾ ਆਗਮਨ, ਇਹਨਾਂ ਦੀ ਪ੍ਰਾਪਤੀ ਵਿਚਾਰ ਨਾਲ ਹੁੰਦੀ ਹੈ। ਦੇਖੋ, ਇਹ ਜੋ ਵਿਚਾਰ ਹੈ ਇਸ ਦੇ ਨਾਲ ਹੀ ਅਸੀਂ ਸਭ ਕੁਝ ਹਾਸਲ ਕਰਦੇ ਹਾਂ। ਕਿ ਦੇਖੋ ਕਿ ਜਿਸ ਤਰ੍ਹਾਂ ਇੱਕ
ਰਾਜਾ ਹੁੰਦਾ ਹੈ ਉਹ ਵਿਚਾਰ ਕਰਦਾ ਹੈ ਤੇ ਮਿਹਨਤ ਕਰਦਾ ਹੈ ਤੇ ਉਹਨੂੰ ਰਾਜ ਦੀ ਪ੍ਰਾਪਤੀ ਹੁੰਦੀ ਹੈ। ਫਿਰ ਦੇਖੋ ਬਲ ਔਰ ਸਾਡੀ ਜੋ ਬੁੱਧੀ ਹੈ, ਤੇਜ ਪਦਾਰਥ, ਜੋ ਵੀ ਸਾਨੂੰ ਪਦਾਰਥਾਂ ਦੀ ਪ੍ਰਾਪਤੀ ਹੋਣੀ ਹੈ, ਔਰ ਇਸ ਦੇ ਨਾਲ ਜੋ ਅਸੀਂ ਇੰਦਰੀਆਂ ਨੂੰ ਜਿੱਤਣਾ ਹੈ ਤੇ ਸਾਡੇ ਵਿੱਚ ਆਤਮਿਕ ਗਿਆਨ ਜੋ ਹੈ ਉਹ ਅਸੀਂ ਪਾਉਣਾ ਹੈ, ਤਾਂ ਉਹ ਫਿਰ ਵਿਚਾਰ ਨਾਲ ਹੀ ਹੋ ਸਕਦਾ ਹੈ। ਵਿਚਾਰ ਦੇ ਨਾਲ ਅਸੀਂ ਮਿਹਨਤ ਕਰਾਂਗੇ, ਅਭਿਆਸ ਕਰਾਂਗੇ ਤੇ ਅਸੀਂ ਹਰ ਇੱਕ ਅੱਛਾ ਗੁਣ ਆਪਣੇ ਵਿੱਚ ਲਿਆ ਸਕਦੇ ਹਾਂ। ਸਭ ਕੁਝ ਜੋ ਪਾਉਣ ਵਾਲਾ ਹੈ ਸੰਸਾਰ ਦੇ ਵਿੱਚ ਉਹ ਅਸੀਂ ਪਾ ਸਕਦੇ ਹਾਂ। ਜਿਸ ਪੁਰਸ਼ ਨੇ ਵਿਚਾਰ ਦਾ ਆਸਰਾ ਲਿਆ ਹੈ ਉਹ ਵਿਚਾਰ ਦੇ ਦ੍ਰਿੜਤਾ ਨਾਲ ਜਿਸ ਵਸਤੂ ਦੀ ਇੱਛਾ ਕਰਦਾ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਦੇਖੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਉਹ ਜੀਵ ਜਿਨ੍ਹਾਂ ਨੇ ਵਿਚਾਰ ਦਾ ਆਸਰਾ ਲਿਆ ਹੈ, ਉਹ ਵਿਚਾਰ ਦੀ ਜੋ ਦ੍ਰਿੜਤਾ ਹੈ, ਜੋ ਪੱਕਾ ਇਰਾਦਾ ਬਣਦਾ ਹੈ ਵਿਚਾਰ ਦੇ ਨਾਲ, ਉਹ ਜਿਹੜੀ ਵੀ ਵਸਤੂ ਦੀ ਇੱਛਾ ਕਰਦੇ ਹਨ ਉਹਨਾਂ ਨੂੰ ਉਹ ਵਸਤੂ ਮਿਲ ਜਾਂਦੀ ਹਨ। ਇਸ ਲਈ ਵਿਚਾਰ ਇਸ ਜੀਵ ਦਾ ਪਰਮ ਮਿੱਤਰ ਹੈ। ਸੋ ਇਹ ਜੋ ਵਿਚਾਰ ਹੈ ਇਹ ਜੀਵ ਦਾ ਸਭ ਤੋਂ ਵੱਡਾ ਦੋਸਤ ਹੈ ਜਿਹੜਾ ਹਮੇਸ਼ਾ ਉਹਦੇ ਨਾਲ ਰਹਿਣ ਵਾਲਾ ਹੈ। ਵਿਚਾਰਵਾਨ ਪੁਰਸ਼ ਮੁਸੀਬਤ ਵਿੱਚ ਨਹੀਂ ਫਸਦਾ, ਔਰ ਜਿਹੜੇ ਜੀਵ ਹਮੇਸ਼ਾ ਵਿਚਾਰ ਦੇ ਨਾਲ ਆਪਣੇ ਕੰਮਕਾਜ ਕਰਦੇ ਹਨ, ਅਮਲ ਬਾਣੀ ਦੇ ਮੁਤਾਬਿਕ ਚੱਲ ਕੇ ਅਮਲ ਕਰਦੇ ਹਨ, ਉਹਨਾਂ ਨੂੰ ਕਦੀ ਵੀ ਮੁਸੀਬਤਾਂ ਆ ਕੇ ਨਹੀਂ ਘੇਰਦੀਆਂ। ਉਹ ਮੁਸੀਬਤਾਂ ਤੋਂ ਹਮੇਸ਼ਾ ਲਈ ਰਹਿਤ ਹੋ ਜਾਂਦੇ ਹਨ। ਜਿਵੇਂ ਤੁੰਬੀ ਜਲ ਵਿੱਚ ਨਹੀਂ ਡੁੱਬਦੀ ਤਿਵੇਂ ਉਹ ਮੁਸੀਬਤ ਵਿੱਚ ਨਹੀਂ ਡੁੱਬਦਾ। ਦੇਖੋ ਤੁੰਬੀ ਹੁੰਦੀ ਹੈ, ਉਹਨੂੰ ਪਾਣੀ ਦੇ ਵਿੱਚ ਸਿੱਟ ਦਈਏ ਤੇ ਉਹ ਡੁੱਬਦੀ ਨਹੀਂ। ਬਿਲਕੁਲ ਇਸੇ ਹੀ ਤਰ੍ਹਾਂ ਜਿਹੜੇ ਵਿਚਾਰਵਾਨ ਪੁਰਸ਼ ਹਨ ਉਹ ਕਦੀ ਵੀ ਮੁਸੀਬਤ ਦੇ ਵਿੱਚ ਨਹੀਂ ਡੁੱਬਦੇ। ਉਹ ਪੁਰਸ਼ ਹਰ ਕਾਰਜ ਵਿਚਾਰ ਸਹਿਤ ਕਰਦਾ ਹੈ ਤੇ ਵਿਚਾਰ ਨਾਲ ਹੀ ਦਿੰਦਾ ਤੇ ਲੈਂਦਾ ਹੈ। ਇਹੋ ਜਿਹੇ ਜਿਹੜੇ ਸ੍ਰੇਸ਼ਟ ਪੁਰਸ਼ ਹਨ ਉਹਨਾਂ ਦੇ ਬਾਰੇ ਭਗਵਾਨ ਵਾਲਮੀਕ ਜੀ ਦੱਸਦੇ ਹਨ ਕਿ ਆਪਣੇ ਸਾਰੇ ਉਹ ਕਾਰਜ ਕਰਦਾ ਹੈ ਜਿਹੜਾ ਜੀਵ ਵਿਚਾਰ ਸਹਿਤ ਕਰਦਾ ਹੈ ਤੇ ਵਿਚਾਰ ਨਾਲ ਲੈਂਦਾ ਦਿੰਦਾ ਹੈ, ਉਹਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ। ਉਸ ਦੀ ਸਭ ਕਿਰਿਆ ਸਿੱਧਤਾ ਦਾ ਕਾਰਨ ਹੁੰਦੀ ਹੈ ਤੇ ਧਰਮ, ਅਰਥ, ਕਾਮ ਤੇ ਮੋਖ ਵਿਚਾਰ ਦੇ ਦਿੱਤਾਂ ਨਾਲ ਸਿੰਧੇ ਹੁੰਦੇ ਹਨ ਤੇ ਉਹਦੇ ਜਿੰਨੇ ਵੀ ਕਾਰਜ ਹਨ ਉਹ ਸਾਰੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਸਿੱਧਤਾ ਦੀ ਪ੍ਰਾਪਤ ਹੁੰਦੀ ਹੈ ਤੇ ਧਰਮ, ਅਰਥ, ਕਾਮ ਤੇ ਮੋਖ ਇਹ ਜੋ ਵੀ ਸਾਨੂੰ ਮਿਲਨੇ ਹਨ ਉਹ ਵਿਚਾਰ ਦੀ ਦ੍ਰਿੜਤਾ ਦੇ ਨਾਲ ਹੀ ਸਾਨੂੰ ਇਹ ਸਾਰੇ ਸਭ ਕੁਝ ਹਰ ਇੱਕ ਚੀਜ਼ ਦੀ ਪ੍ਰਾਪਤੀ ਹੋਣੀ ਹੈ। ਜੇ ਅਸੀਂ ਜੋ ਵੀ ਆਪਣਾ ਅਰਥ ਸਿੱਧ ਕਰਨਾ ਹੈ ਉਹ ਅਸੀਂ ਵਿਚਾਰ ਦੇ ਨਾਲ ਜਦੋਂ ਕਰਾਂਗੇ ਤੇ ਉਹ ਸਿੱਧ ਹੋਵੇਗਾ। ਵਿਚਾਰ ਰੂਪੀ ਕਲਪ ਬ੍ਰਿਕਸ਼ ਵਿੱਚ ਜਿਸ ਦਾ ਅਭਿਆਸ ਹੁੰਦਾ ਹੈ ਉਹੀ ਪਦਾਰਥ ਦੀ ਸਿੱਧਤਾ ਨੂੰ ਪ੍ਰਾਪਤ ਕਰਦਾ ਹੈ। ਦੇਖੋ ਭਗਵਾਨ ਵਾਲਮੀਕ ਜੀ ਨੇ ਇਹ ਵਿਚਾਰ ਨੂੰ ਇੱਕ ਕਲਪ ਬ੍ਰਿਕਸ਼ ਦੇ ਨਾਲ ਜੋੜਿਆ ਹੈ ਕਿ ਬਾਣੀ ਦੇ ਵਿੱਚ ਆਉਂਦਾ ਹੈ ਕਿ ਕਲਪ ਬ੍ਰਿਕਸ਼ ਦੇ ਨੀਚੇ ਜਾ ਕੇ ਜੋ ਵੀ ਕਿਸੇ ਪਦਾਰਥ ਤੇ ਤੁਸੀਂ ਇੱਛਾ ਕਰਦੇ ਹੋ ਤੁਹਾਨੂੰ ਉਹ ਪਦਾਰਥ ਮਿਲ ਜਾਂਦਾ ਹੈ। ਇਹ ਜੋ ਵਿਚਾਰ ਹੈ ਬਿਲਕੁਲ ਉਹ ਕਲਪ ਬ੍ਰਿਕਸ਼ ਦੀ ਤਰ੍ਹਾਂ ਹੈ, ਔਰ ਜੋ ਵਿਚਾਰ ਦੇ ਨਾਲ ਮਿਹਨਤ ਕਰਦੇ ਹਨ, ਪੁਰਸ਼ਾਰਥ ਕਰਦੇ ਹਨ, ਉਹਨਾਂ ਨੂੰ ਹਰ ਇੱਕ ਪਦਾਰਥ ਦੀ ਸਿੱਧਤਾ ਹੁੰਦੀ ਹੈ, ਹਰ ਇੱਕ ਪਦਾਰਥ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਸ਼ੁੱਧ ਬ੍ਰਹਮ ਦਾ ਵਿਚਾਰ ਗ੍ਰਹਿਣ ਕਰਕੇ ਆਤਮ ਗਿਆਨ ਹੁੰਦਾ ਹੈ, ਜਿਵੇਂ ਦੀਵੇ ਨਾਲ ਪਦਾਰਥ ਦਾ ਗਿਆਨ ਹੁੰਦਾ ਹੈ। ਸੋ ਅਸੀਂ ਜਦੋਂ ਸ਼ੁੱਧ ਬ੍ਰਹਮ ਦਾ ਵਿਚਾਰ, ਅਸੀਂ ਉਹ ਸੱਚੇ ਪ੍ਰਭੂ ਪਰਮੇਸ਼ਵਰ ਦਾ ਜਦੋਂ ਵਿਚਾਰ ਗ੍ਰਹਿਣ ਕਰਦੇ ਹਾਂ ਤਾਂ ਫਿਰ ਸਾਡੇ ਵਿੱਚ ਆਤਮ ਗਿਆਨ ਆ ਜਾਂਦਾ ਹੈ। ਬਿਲਕੁਲ ਉਸੇ ਹੀ ਤਰ੍ਹਾਂ ਜਿਵੇਂ ਦੀਵੇ ਨਾਲ ਪਦਾਰਥ ਦਾ ਗਿਆਨ ਹੁੰਦਾ ਹੈ ਕਿ ਜੇ ਹਨੇਰਾ ਹੋਏ ਤੇ ਅਸੀਂ ਕੋਈ ਪਦਾਰਥ ਜਿਹੜਾ ਅਸੀਂ ਸਾਨੂੰ ਚਾਹੀਦਾ ਅਸੀਂ ਦੇਖ ਨਹੀਂ ਸਕਦੇ, ਜਦੋਂ ਅਸੀਂ ਦੀਵਾ ਜਗਾਉਂਦੇ ਹਾਂ ਪ੍ਰਕਾਸ਼ ਹੁੰਦਾ ਹੈ ਤੇ ਅਸੀਂ ਉਹ ਪਦਾਰਥ ਨੂੰ ਦੇਖ ਲੈਂਦੇ ਹਾਂ, ਉਸ ਨੂੰ ਪਾ ਲੈਂਦੇ ਹਾਂ। ਬਿਲਕੁਲ ਇਸੇ ਹੀ ਤਰ੍ਹਾਂ ਸੱਚੇ ਪ੍ਰਭੂ ਪਰਮੇਸ਼ਰ ਦੇ ਨਾਲ ਜਦੋਂ ਅਸੀਂ ਮਿਹਨਤ
ਦੇ ਨਾਲ ਜੁੜਦੇ ਹਾਂ ਤਾਂ ਸਾਨੂੰ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਿਵੇਂ ਵਿਚਾਰ ਨਾਲ ਸੱਚ ਝੂਠ ਨੂੰ ਜਾਣੀਦਾ ਹੈ। ਜਿਹੜਾ ਝੂਠ ਨੂੰ ਤਿਆਗ ਕੇ ਸੱਚ ਵੱਲ ਯਤਨ ਕਰਦਾ ਹੈ ਉਸ ਨੂੰ ਵਿਚਾਰਵਾਨ ਕਹਿੰਦੇ ਹਨ। ਸੋ ਸੱਚ ਔਰ ਝੂਠ ਦੀ ਅਸੀਂ ਕਿਸ ਤਰ੍ਹਾਂ ਪਰਖ ਕਰਨੀ ਹੈ? ਵਿਚਾਰ ਦੇ ਨਾਲ ਅਸੀਂ ਅਮਲ ਕਰਨਾ ਹੈ, ਮਿਹਨਤ ਕਰਨੀ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਔਰ ਝੂਠ ਦਾ ਤਿਆਗ ਕਰਨਾ ਹੈ ਔਰ ਸੱਚ ਦੀ ਪਹਿਚਾਨ ਕਰਨ ਦਾ ਅਸੀਂ ਯਤਨ ਕਰਨਾ ਹੈ। ਔਰ ਜਿਹੜੇ ਜੀਵ ਸੱਚ ਦਾ ਪਹਿਚਾਨ ਕਰ ਲੈਂਦੇ ਹਨ ਉਹ ਅਸੀਂ ਉਹਨਾਂ ਨੂੰ ਵਿਚਾਰਵਾਨ ਕਹਿ ਸਕਦੇ ਹਾਂ। ਸੰਸਾਰ ਰੂਪੀ ਸਮੁੰਦਰ ਵਿੱਚ ਵਿਪਤਾ ਦੀਆਂ ਲਹਿਰਾਂ ਉੱਠਦੀਆਂ ਹਨ। ਵਿਚਾਰਵਾਨ ਪੁਰਸ਼ ਉਹਨਾਂ ਦੇ ਅਭਾਵ ਵਿੱਚ ਦੁਖੀ ਨਹੀਂ ਹੁੰਦਾ। ਦੇਖੋ ਇਹ ਸੰਸਾਰ ਸਮੁੰਦਰ ਇਹੋ ਜਿਹਾ ਹੈ ਕਿ ਜਿਹੜਾ ਮੁਸੀਬਤਾਂ ਦੀਆਂ ਲਹਿਰਾਂ ਹਮੇਸ਼ਾ ਇਹਦੇ ਵਿੱਚੋਂ ਉੱਠਦੀਆਂ ਰਹਿੰਦੀਆਂ ਹਨ, ਪਰ ਜਿਹੜੇ ਸ੍ਰੇਸ਼ਟ ਵਿਚਾਰਵਾਨ ਪੁਰਸ਼ ਹਨ ਉਹਨਾਂ ਨੂੰ ਕੋਈ ਵੀ ਮੁਸੀਬਤ ਮਿਲੇ ਉਹ ਕਦੀ ਵੀ ਦੁਖੀ ਨਹੀਂ ਹੁੰਦੇ। ਜਿਹੜੀ ਕਿਰਿਆ ਵਿਚਾਰ ਸਹਿਤ ਹੁੰਦੀ ਹੈ ਉਸ ਦਾ ਫਲ ਸੁਖ ਹੁੰਦਾ ਹੈ। ਔਰ ਜਿਹੜੇ ਜੀਵ ਸਾਰੇ ਆਪਣੇ ਕਾਰਜ ਵਿਚਾਰ ਸਹਿਤ ਕਰਦੇ ਹਨ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜੋ ਵਿਚਾਰ ਬਿਨਾਂ ਚੇਸ਼ਟਾ ਹੁੰਦੀ ਹੈ ਉਸ ਤੋਂ ਦੁੱਖ ਪ੍ਰਾਪਤ ਹੁੰਦਾ ਹੈ। ਔਰ ਦੂਸਰੇ ਪਾਸੇ ਜਿਹੜੇ ਵਿਚਾਰ ਰਹਿਤ ਹੋ ਕੇ ਕੋਈ ਕਾਰਜ ਕਰਦੇ ਹਨ ਉਹਨਾਂ ਨੂੰ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਅਵਿਚਾਰ ਰੂਪ ਕੰਡਿਆਂ ਵਾਲੇ ਬਿਰਛ ਤੋਂ ਦੁੱਖ ਰੂਪ ਭਿਆਨਕ ਕੰਡੇ ਪੈਦਾ ਹੁੰਦੇ ਹਨ ਤੇ ਅਵਿਚਾਰ ਰੂਪੀ ਰਾਤ ਵਿੱਚ ਤ੍ਰਿਸ਼ਨਾ ਰੂਪੀ ਪਿਸ਼ਾਚਨੀ ਵਿਚਰਦੀ ਹੈ। ਸੋ ਦੇਖੋ ਵਿਚਾਰ ਤੇ ਅਵਿਚਾਰ ਕਿ ਜਿਹੜੇ ਜੀਵ ਵਿਚਾਰ ਨਹੀਂ ਕਰਦੇ, ਅਮਲ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਬਾਣੀ ਦੇ ਨਾਲ ਜੁੜ ਕੇ ਜਿਸ ਤਰ੍ਹਾਂ ਬਾਣੀ ਸਾਨੂੰ ਦੱਸਦੀ ਹੈ ਉਸ ਤਰ੍ਹਾਂ ਪੁਰਸ਼ਾਰਥ ਨਹੀਂ ਕਰਦੇ, ਭਗਵਾਨ ਵਾਲਮੀਕ ਜੀ ਨੇ ਉਹ ਵਿਚਾਰ ਨੂੰ ਕੰਡਿਆਂ ਰੂਪੀ ਬਿਰਛ ਦੇ ਨਾਲ ਜੋੜਿਆ ਹੈ ਤੇ ਉਹ ਕੰਡਿਆਂ ਤੋਂ ਜੀਵ ਭਿਆਨਕ ਦੁੱਖ ਪਾਉਂਦੇ ਹਨ। ਔਰ ਅਵਿਚਾਰ ਰੂਪੀ ਜਿਹੜੀ ਰਾਤ ਹੈ ਉਸ ਵਿੱਚ ਤ੍ਰਿਸ਼ਨਾ ਰੂਪੀ ਪਿਸ਼ਾਚਨੀ ਭੂਤਣੀ ਫਿਰਦੀ ਹੈ। ਪਰ ਭਗਵਾਨ ਵਾਲਮੀਕ ਜੀ ਕੀ ਸਮਝਾਉਂਦੇ ਹਨ ਕਿ ਜਦੋਂ ਵਿਚਾਰ ਰੂਪੀ ਸੂਰਜ ਉਦੈ ਹੁੰਦਾ ਹੈ ਤਦੋਂ ਅਵਿਚਾਰ ਰੂਪੀ ਪਿਸ਼ਾਚਨੀ ਨਾਸ ਹੋ ਜਾਂਦੀ ਹੈ। ਕਿ ਜਦੋਂ ਸਾਡੇ ਵਿੱਚ ਵਿਚਾਰ ਰੂਪੀ ਸੂਰਜ ਚੜ੍ਹਦਾ ਹੈ ਤੇ ਉਹ ਅਵਿਚਾਰ ਰੂਪੀ ਜਿਹੜੀ ਭੂਤਨੀ ਹੈ ਉਸ ਦਾ ਨਾਸ ਕਰ ਦਿੰਦੀ ਹੈ। ਮੇਰਾ ਇਹੀ ਆਸ਼ੀਰਵਾਦ ਹੈ ਕਿ ਆਪ ਦੇ ਹਿਰਦੇ ਤੋਂ ਵਿਚਾਰ ਰੂਪੀ ਰਾਤ ਨਾਸ ਹੋ ਜਾਵੇ। ਵਿਚਾਰ ਰੂਪੀ ਸੂਰਜ ਨਾਲ ਅਵਿਚਾਰਿਤ ਸੰਸਾਰ ਦਾ ਦੁੱਖ ਨਾਸ ਹੁੰਦਾ ਹੈ। ਜਿਵੇਂ ਬਾਲਕ ਅਵਿਚਾਰ ਕਰਕੇ ਆਪਣੇ ਪਰਛਾਵੇਂ ਨੂੰ ਭੂਤ ਸਮਝ ਕੇ ਡਰਦਾ ਹੈ ਤੇ ਵਿਚਾਰ ਕਰਨ ਨਾਲ ਉਸ ਦਾ ਡਰ ਦੂਰ ਹੋ ਜਾਂਦਾ ਹੈ, ਤਿਵੇਂ ਵਿਚਾਰ ਕਰਕੇ ਸੰਸਾਰ ਦੁੱਖ ਦਿੰਦਾ ਹੈ ਤੇ ਜਦੋਂ ਸ਼ਾਸਤਰ ਰਾਹੀਂ ਯੁਗਤ ਕਰਕੇ ਵਿਚਾਰ ਕਰਨ ਨਾਲ ਸੰਸਾਰ ਦਾ ਭੈ ਨਾਸ ਹੋ ਜਾਂਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ, ਇਹੀ ਸਾਨੂੰ ਆਸ਼ੀਰਵਾਦ ਦਿੰਦੇ ਹਨ ਕਿ ਸਾਡੇ ਹਿਰਦੇ ਵਿੱਚੋਂ ਅਵਿਚਾਰ ਰੂਪੀ ਰਾਤ ਦਾ ਨਾਸ ਹੋ ਜਾਵੇ, ਕਿਉਂਕਿ ਜਦੋਂ ਵਿਚਾਰ ਰੂਪੀ ਸੂਰਜ ਚੜ੍ਹਦਾ ਹੈ ਤੇ ਸਾਡੇ ਇਹ ਅਵਿਚਾਰ ਰੂਪੀ ਸੰਸਾਰ ਦਾ ਦੁੱਖ ਨਾਸ ਹੋ ਜਾਂਦਾ ਹੈ। ਇਹੀ ਹੀ ਯੁਕਤੀ ਸਾਨੂੰ ਅਪਣਾਉਣੀ ਚਾਹੀਦੀ ਹੈ ਜਿਸ ਦੇ ਨਾਲ ਸਾਡੇ ਵਿੱਚ ਵਿਚਾਰ ਆਵੇ ਔਰ ਅਸੀਂ ਵਿਚਾਰ ਨੂੰ ਅਪਣਾ ਕੇ ਮਿਹਨਤ ਕਰੀਏ, ਪੁਰਸ਼ਾਰਥ ਕਰੀਏ, ਅਭਿਆਸ ਕਰੀਏ ਤੇ ਅਸੀਂ ਸਾਰੇ ਆਪਣੇ ਦੁੱਖ ਦੂਰ ਕਰ ਸਕਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪ੍ਰਸੰਗ ਉਸ ਦੀ ਸਮਾਪਤੀ ਕਰਦੇ ਹਾਂ। ਇੱਥੋਂ ਹੀ ਅਸੀਂ ਅਗਲਾ ਪ੍ਰਸੰਗ ਫੇਰ ਸ਼ੁਰੂ ਕਰਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ।